ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਸ ਮਨੋਰਥ ਵਾਸਤੇ ਇਸ ਸੰਸਾਰ ਉੱਪਰ ਆਏ, ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹੇ ਪਾਉਣ ਦੀ ਬਾਬਤ ਧਰਮ ਕੀ ਹੈ, ਅਧਰਮ ਕੀ ਹੈ, ਗੁਰਮੁਖ ਕੌਣ ਹਨ, ਬੇਮੁਖ ਕੌਣ ਹਨ, ਪੁੰਨ ਕੀ ਹੈ, ਪਾਪ ਕੀ ਹੈ, ਇਹ ਸਮਝਾਉਣ ਦੀ ਬਾਬਤ ਸਤਿਗੁਰਾਂ ਨੇ 4 ਉਦਾਸੀਆਂ ਕੀਤੀਆਂ ਨੇ। ਮਹਾਰਾਜ ਜੀਆਂ ਨੇ 3 ਉਦਾਸੀਆਂ ਸੰਪੂਰਨ ਕੀਤੀਆਂ ਨੇ। ਚੌਥੀ ਉਦਾਸੀ ਦੀ ਆਰੰਭਤਾ ਕੀਤੀ ਅੰਬਾਲੇ ਤੋਂ ਅੱਗੇ ਕੁਰੂਕਸ਼ੇਤਰ ਦੀ ਜੋ ਧਰਤੀ ਹੈ, ਉੱਥੇ ਮਹਾਰਾਜ ਵਿਰਾਜੇ ਨੇ ਜਾ ਕਰਕੇ। ਉੱਥੋਂ ਦੇ ਜਿਹੜੇ ਬ੍ਰਾਹਮਣ ਲੋਕ ਹਨ, ਸੰਨਿਆਸੀ ਲੋਕ ਹਨ, ਜਿਸ ਸਮੇਂ ਸੂਰਜ ਨੂੰ ਗ੍ਰਹਿਣ ਲੱਗਦਾ ਹੈ, ਕੁਰੂਕਸ਼ੇਤਰ ਦੀ ਧਰਤੀ ਉੱਪਰ ਜਾ ਕਰਕੇ ਇਸ਼ਨਾਨ ਕਰਨਾ, ਦਾਨ ਕਰਨਾ, ਸਿਮਰਨ ਕਰਨਾ ਬੜਾ ਚੰਗਾ ਸਮਝਦੇ ਨੇ, ਫਲ ਦਾ ਕੰਮ ਸਮਝਦੇ ਨੇ। ਤੇ ਗੁਰੂ ਨਾਨਕ ਪਾਤਸ਼ਾਹ ਅਕਸਰ ਉੱਥੇ ਜਾਇਆ ਕਰਦੇ ਸਨ, ਜਿੱਥੇ ਲੋਕਾਂ ਦਾ ਬਹੁਤਾ ਇਕੱਠ ਹੁੰਦਾ ਸੀ ਕਿ ਬਹੁਤੀ ਭੀੜ ਦੇ ਵਿੱਚ ਜਦੋਂ ਉਪਦੇਸ਼ ਦਿੰਦੇ ਸਨ ਤੇ ਬਹੁਤਿਆਂ ਤਾਈਂ ਉਪਦੇਸ਼ ਜਾਂਦਾ ਸੀ। ਗੁਰੂ ਨਾਨਕ ਦੇਵ ਜੀਆਂ ਨੇ ਜਾ ਕਰਕੇ ਕੁਰੂਕਸ਼ੇਤਰ ਦੀ ਧਰਤੀ ਉੱਪਰ ਹਿਰਨ ਦਾ ਮਾਸ ਰੰਨਿਆ ਹੈ ਅਤੇ ਉਹਨਾਂ ਨੇ ਆਪਣੇ ਇਹ ਅੱਖੀਂ ਸਾਰਾ ਕੌਤਕ ਦੇਖਿਆ ਹੈ। ਸਾਰੇ ਇਕੱਠੇ ਹੋ ਕਰਕੇ ਗੁੱਸੇ ਦੇ ਵਿੱਚ ਆਏ ਨੇ, ਭੈੜੇ ਬੋਲਦੇ ਨੇ ਕਿ ਤੁਸੀਂ ਸਾਡੇ ਇਸ ਪਵਿੱਤਰ ਅਸਥਾਨ ਨੂੰ, ਇਸ ਦੀ ਪਵਿੱਤਰਤਾ ਭੰਗ ਕਰ ਦਿੱਤੀ ਹੈ। ਇਸ ਪ੍ਰਕਾਰ ਅੱਜ ਦੇ ਦਿਨ ਤਾਂ ਪੁੰਨ ਦਾਨ ਕੀਤਾ ਜਾਂਦਾ ਹੈ, ਇਸ਼ਨਾਨ ਕੀਤਾ ਜਾਂਦਾ ਹੈ ਤੇ ਆਪ ਜੀਆਂ ਨੇ ਮਾਸ ਰੰਨਿਆ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਤੁਸੀਂ ਹੱਥਾਂ ਵਿੱਚ ਡਾਂਗਾ ਸੋਟੇ ਲੈ ਕੇ ਆਏ ਹੋ, ਜੇਕਰ ਕੁੱਟਣ ਮਾਰਨ ਆਏ ਹੋ ਤੇ ਤੁਹਾਨੂੰ ਰੋਕਾਂਗਾ ਨਹੀਂ, ਜੋ ਮਰਜ਼ੀ ਕਰੋ। ਤੇ ਜੇਕਰ ਤੁਹਾਡੀ ਦਿਲੀ ਇੱਛਾ ਹੈ ਕਿ ਮੇਰੇ ਨਾਲ ਬੈਠ ਕੇ ਵਿਚਾਰ ਚਰਚਾ ਕਰਨੀ ਹੈ, ਫਿਰ ਜਿੰਨੇ ਵੀ ਆਪ ਜੀ ਵਿਦਵਾਨ ਹੋ, ਬ੍ਰਾਹਮਣ ਹੋ, ਸੰਨਿਆਸੀ ਹੋ, ਇਕੱਠੇ ਹੋ ਕਰਕੇ ਆ ਜਾਓ, ਵਿਚਾਰ ਚਰਚਾ ਕਰੀਏ। ਸਾਰੇ ਇਕੱਠੇ ਹੋ ਕੇ ਆਏ ਨੇ। ਸਤਿਗੁਰਾਂ ਦੇ ਇਰਦ ਗਿਰਦ 4 ਪਾਸੇ ਵਿਰਾਜੇ ਹੋਏ ਨੇ। ਜਿਵੇਂ ਤਾਰਿਆਂ ਦੇ ਵਿੱਚ ਸੰਗਤ ਜੀ ਚੰਦਰਮਾ ਸੋਭਦਾ ਹੈ, ਇੱਦਾਂ ਗੁਰੂ ਨਾਨਕ ਦੇਵ ਜੀ ਉਹਨਾਂ ਵਿਦਵਾਨਾਂ ਵਿੱਚ ਬੈਠੇ ਹੋਏ ਸੋਭਾ ਪਾ ਰਹੇ ਨੇ। ਗੁਰੂ ਨਾਨਕ ਪਾਤਸ਼ਾਹ ਨੇ ਸਵਾਲ ਕੀਤਾ ਹੈ ਕਿ ਤੁਸੀਂ ਮਾਸ ਕਿਸ ਨੂੰ ਸਮਝਦੇ ਹੋ? ਜੇਕਰ ਭਾਈ ਤੁਸੀਂ ਬਾਹਰੀ ਮਾਸ ਖਾਣਾ ਮਾੜਾ ਸਮਝਦੇ ਹੋ, ਪਾਪ ਦਾ ਕੰਮ ਸਮਝਦੇ ਹੋ, ਤੇ ਜਿਹੜੇ ਪਰਾਇਆ ਘਰਾਂ ਦੇ ਵਿੱਚ ਜਾ ਕਰਕੇ ਬੇਕਾਰ ਪਰ ਇਸਤਰੀ ਦੇ ਨਾਲ ਭੋਗਦੇ ਹੋ, ਕੱਚਾ ਹੀ ਮਾਸ ਖਾਈ ਜਾਂਦੇ ਹੋ, ਤੇ ਇਹ ਵੀ ਸਭ ਤੋਂ ਵੱਡਾ ਪਾਪ ਹੈ, ਇਹ ਵੀ ਮਾਸ ਹੈ। ਮਹਾਰਾਜ ਕਹਿਣ ਲੱਗੇ ਕਿ ਜਿਹੜਾ ਪਰਾਇਆ ਹੱਕ ਖਾਣਾ ਹੈ, ਇਹ ਵੀ ਮਾਸ ਦੇ ਬਰਾਬਰ ਹੈ। ਮਾਸ ਖਾਣਾ ਇਹ ਵੀ ਵੱਡਾ ਪਾਪ ਹੈ। ਸਤਿਗੁਰਾਂ ਨੇ ਇਸ ਪ੍ਰਕਾਰ ਬਖਸ਼ਿਸ਼ ਕੀਤੀ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ, ਕੌਣ ਮਾਸ ਕੌਣ ਸਾਧ ਕਹਾਵੈ, ਕਿਸ ਮਹਿ ਪਾਪ ਸਮਾਨ। ਮਹਾਰਾਜ ਕਹਿੰਦੇ ਮਾਸ ਦਾ ਰੌਲਾ ਪਾ ਕਰਕੇ ਝਗੜਾ ਕਰ ਰਹੇ ਹੋ, ਤੁਹਾਨੂੰ ਇਹਦਾ ਪਤਾ ਨਹੀਂ ਸਾਗ ਕੀ ਹੈ ਤੇ ਮਾਸ ਕੀ ਹੈ। ਹੱਕ ਦੀ ਕਿਰਤ ਕਰਕੇ ਖਾਣੀ, ਹੱਕ ਦੀ ਕਮਾਈ ਖਾਣੀ ਸਾਗ ਖਾਣ ਬਰਾਬਰ ਹੈ, ਤੇ ਪਰਾਇਆ ਹੱਕ ਖਾਣਾ ਮਹਾਰਾਜ ਕਹਿੰਦੇ ਭਾਈ ਮਾਸ ਖਾਣ ਬਰਾਬਰ ਹੈ। ਇਸ ਪ੍ਰਕਾਰ ਸਤਿਗੁਰੂ ਜੀ ਸਮਝਾਉਂਦੇ ਹੋਏ ਸੰਨਿਆਸੀਆਂ ਨੂੰ ਸਮਝਾਉਣ ਲੱਗੇ ਕਿ ਆਪ ਜੀ ਕਹਿੰਦੇ ਹੋ ਅਸੀਂ ਸੰਸਾਰ ਦੀਆਂ ਪਦਾਰਥਾਂ ਤੋਂ ਵਿਰਕਤ ਹੋਏ ਹਾਂ, ਤੇ ਮਹਾਰਾਜ ਕਹਿੰਦੇ ਹਰ ਇੱਕ ਪਦਾਰਥ ਦੇ ਅੰਦਰ ਪਾਣੀ ਸਮਾਇਆ ਹੋਇਆ ਹੈ। ਹਰ ਇੱਕ ਚੀਜ਼ ਦੇ ਅੰਦਰ ਪਾਣੀ ਦਾ ਵਾਸਾ ਹੈ। ਜੇਕਰ ਸੰਨਿਆਸੀ ਹੋਣਾ ਹੈ, ਫਿਰ ਪਾਣੀ ਤੋਂ ਪੈਦਾ ਹੋਣ ਵਾਲੇ ਸਾਰੇ ਹੀ ਪਦਾਰਥ ਛੱਡ ਦੇਵੋ, ਫਿਰ ਚੰਗੀ ਤਰ੍ਹਾਂ ਸੰਨਿਆਸੀ ਅਖਵਾਓ। ਇਸ ਪ੍ਰਕਾਰ ਮਹਾਰਾਜ ਕਹਿੰਦੇ ਜੋ ਘਰ ਦਾ ਮਾਸ ਹੈ, ਆਪਣੀਆਂ ਧੀਆਂ ਭੈਣਾਂ ਨੇ, ਆਪਣੀਆਂ ਬਹੂ ਬੇਟੀਆਂ ਨੇ,
ਉਹ ਤਾਂ ਤੁਹਾਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ, ਉਹਨਾਂ ਦੇ ਉੱਪਰ ਕੋਈ ਆਂਚ ਨਾ ਆ ਜਾਵੇ, ਹਰ ਵਕਤ ਇਹੀ ਯਤਨ ਕਰਦੇ ਹੋ। ਤੇ ਜਿਹੜਾ ਪਰਾਇਆ ਮਾਸ ਹੈ, ਪਰਾਏ ਦੀ ਧੀ ਭੈਣ ਹੈ, ਉਸ ਨੂੰ ਭੈੜੀਆਂ ਨਿਗਾਹ ਦੇ ਨਾਲ ਵੇਖਦੇ ਹੋ। ਇਸ ਲਈ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਇਸ ਪ੍ਰਕਾਰ ਭਾਈ ਗੁਰਦਾਸ ਜੀ ਸਮਝਾਉਂਦੇ ਹੋਏ ਗੁਰਸਿੱਖਾਂ ਤਾਈਂ ਕਹਿੰਦੇ ਨੇ, ਉਹਨਾਂ ਦੇ ਬਚਨ ਹਨ ਕਿ ਜੋ ਇਸ ਪ੍ਰਕਾਰ ਆਪਣੀਆਂ ਧੀਆਂ ਭੈਣਾਂ ਨੇ, ਜਿਵੇਂ ਉਹਨਾਂ ਨੂੰ ਸਮਝਦੇ ਹੋ, ਉਸੇ ਪ੍ਰਕਾਰ ਹੀ ਪਰਾਈ ਇਸਤਰੀ ਨੂੰ ਜਾਣ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਬਖਾਣ। ਜਿਵੇਂ ਆਪਣੇ ਘਰ ਦਾ ਮਾਸ ਚੰਗਾ ਲੱਗਦਾ ਹੈ, ਉਵੇਂ ਹੀ ਪਰਾਏ ਮਾਸ ਨੂੰ ਜਾਣੋ। ਤੇ ਹੱਕ ਦੀ ਕਿਰਤ ਕਰੋ, ਹੱਕ ਦੀ ਕਮਾਈ ਖਾਓ, ਪਰਾਏ ਹੱਕ ਨਾ ਖਾਓ, ਇਹ ਮਾਸ ਖਾਣ ਬਰਾਬਰ ਇਹ ਵੀ ਪਾਪ ਹੈ। ਇੱਦਾਂ ਸਤਿਗੁਰੂ ਜੀ ਸਮਝਾ ਰਹੇ। ਇੱਥੋਂ ਤੱਕ ਕੱਲ੍ਹ ਦੀਆਂ ਕਥਾ ਵਿਚਾਰਾਂ ਆਈਆਂ ਸਨ। ਮਹਾਰਾਜ ਜੀਆਂ ਨੇ ਮਹੱਲਾ ਪਹਿਲਾ ਲੈ ਕਰਕੇ ਕੁਝ ਪੰਗਤੀਆਂ ਸਤਿਗੁਰਾਂ ਨੇ ਇਸ ਪ੍ਰਕਾਰ ਲਿਖੀਆਂ ਸਨ, ਜੋ ਆਪਾਂ ਕੱਲ੍ਹ ਸ਼ਰਵਣ ਕੀਤੀਆਂ ਨੇ। ਆਓ ਜਿਸ ਪ੍ਰਕਾਰ ਅੱਗੇ ਗੁਰ ਇਤਿਹਾਸ ਆਉਂਦਾ ਹੈ, ਸ਼ਰਧਾ ਭਾਵਨਾ ਦੇ ਨਾਲ ਸ਼ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਮਾਸ ਮਾਸ ਕਰਕੇ ਅਗਿਆਨੀ। ਮਹਾਰਾਜ ਕਹਿੰਦੇ ਤੁਸੀਂ ਰੌਲਾ ਪਾਇਆ ਏ, ਮਾਸ ਰਲਿਆ ਮਾਸ ਰਲਿਆ, ਐਸੇ ਅਗਿਆਨ ਦਾ ਝਗੜਾ ਕਰਦੇ ਹੋ। ਮੂਰਖ ਝਗੜੇ ਆਨ ਗੁਮਾਨੀ। ਮਹਾਰਾਜ ਕਹਿੰਦੇ ਜਿਹੜੇ ਹੰਕਾਰੀ ਲੋਕ ਹੁੰਦੇ ਨੇ ਨਾ, ਉਹੀ ਮੂਰਖ ਲੋਕ ਆ ਕੇ ਝਗੜਾ ਕਰਦੇ ਨੇ। ਗਿਆਨ ਬੈਨ ਕੋ ਸਮਝੇ ਨਾਹੀ। ਕੋਈ ਗਿਆਨ ਦੇ ਬਚਨਾਂ ਨੂੰ ਤਾਂ ਤੁਸੀਂ ਸਮਝਦੇ ਨਹੀਂ। ਰਚੇ ਦੰਭ ਨਿਜ ਮਾਨ ਵਧਾਹੀ। ਮਹਾਰਾਜ ਕਹਿੰਦੇ ਧਰਮ ਦਾ ਪਖੰਡ ਕਰਦੇ ਹੋ ਤੇ ਹਰ ਰੋਜ਼ ਆਪਣਾ ਹੰਕਾਰ ਵਧਾ ਰਹੇ ਹੋ। ਆਤਮ ਰੂਪ ਭਵਾਲਨ ਜੋਈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਆਤਮਾ ਨੂੰ ਝੂਠਾ ਜਾਣਿਆ ਹੈ ਨਾ, ਪਰਮੇਸ਼ਰ ਨੂੰ ਵਾਹਿਗੁਰੂ ਨੂੰ ਭੁਲਾ ਦਿੱਤਾ ਹੈ। ਲਖੇ ਸਤ ਤਨ ਆਮਿਕ ਸੋਈ। ਤੇ ਆਪਣੇ ਸਰੀਰ ਨੂੰ ਜਿਨ੍ਹਾਂ ਨੇ ਸੱਚ ਕਰਕੇ ਜਾਣ ਲਿਆ ਹੈ ਕਿ ਇਹਨੇ ਕਦੇ ਮਰਨਾ ਹੀ ਨਹੀਂ, ਤੇ ਵਾਹਿਗੁਰੂ ਜੋ ਸਦਾ ਰਹਿਣ ਵਾਲਾ, ਉਸ ਨੂੰ ਝੂਠਾ ਜਾਣਿਆ ਹੈ ਕਿ ਉਹ ਹੈ ਹੀ ਨਹੀਂ। ਮਹਾਰਾਜ ਕਹਿੰਦੇ ਇਹ ਵੀ ਝੂਠ ਹੈ, ਇਹ ਵੀ ਤੁਸੀਂ ਮਾਸ ਖਾਂਦੇ ਹੋ। ਆਤਮਾ तीनों काल निराला। ਜਿਹੜੀ ਆਤਮਾ ਹੈ ਨਾ ਪਰਮੇਸ਼ਰ ਦੀ, ਉਹਦਾ ਤਿੰਨਾਂ ਕਾਲਾਂ ਦੇ ਵਿੱਚ ਹੀ ਇਸ ਪ੍ਰਕਾਰ ਨਿਰਾਲੀ ਉਜਲ ਹੈ। ਲਿਪੇ ਨ ਕਹਤੇ ਰਹਿਤ ਉਜਾਲਾ। ਉਹਦੇ ਉੱਪਰ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਉਹ ਜੰਮਦੀ ਮਰਦੀ ਨਹੀਂ, ਹਮੇਸ਼ਾ ਹੀ ਉਜਲ ਰਹਿਣ ਵਾਲੀ ਹੈ। ਦੇਹ ਅਸਤ ਦਸਹੇ ਬਿਦਤਾਰੀ। ਮਹਾਰਾਜ ਕਹਿੰਦੇ ਇਹ ਤਾਂ ਪ੍ਰਗਟ ਹੈ ਸੰਸਾਰ ਵਿੱਚ, ਜਿਹੜਾ ਸਰੀਰ ਆ ਇਹ ਨਾਸ਼ਵੰਤ ਹੈ। ਵੇਖੋ ਕਿੰਨੇ ਵੱਡੇ ਵਡੇਰੇ ਆਏ, ਸਭ ਇੱਥੋਂ ਚਲੇ ਗਏ, ਤੇ ਜੋ ਤੁਸੀਂ ਹੋ ਤੁਸੀਂ ਵੀ ਜਾਣਾ ਹੈ, ਤੇ ਜਿਨ੍ਹਾਂ ਨੇ ਹਲੇ ਆਉਣਾ ਹੈ ਉਹਨਾਂ ਨੇ ਵੀ ਆ ਕੇ ਇਸ ਸੰਸਾਰ ਤੋਂ ਤੁਰ ਜਾਣਾ ਹੈ। ਇਸ ਸੰਸਾਰ ਵਿੱਚ ਪ੍ਰਗਟ ਦਿਸ ਰਿਹਾ ਹੈ ਕਿ ਸਾਡਾ ਵੱਡਾ ਵਡੇਰਾ ਕੋਈ ਜਿਉਂਦਾ ਨਹੀਂ ਰਿਹਾ, ਸਾਰੇ ਆਪੋ ਆਪਣੇ ਸਮੇਂ ਤੇ ਜਾਂਦੇ ਰਹੇ ਨੇ। ਆਏ ਕੇ ਪਾਰ ਬਦ ਅਨੁਸਾਰੀ। ਇਸ ਪ੍ਰਕਾਰ ਜਿਹੜੇ ਲੋਕ ਇਹ ਜਾਣ ਲੈਂਦੇ ਨੇ ਕਿ ਇਹ ਸਰੀਰ ਝੂਠਾ ਹੈ, ਟਿਕਿਆ ਰਹਿਣ ਵਾਲਾ ਨਹੀਂ, ਜੋ ਅਸੀਂ ਕਮਾ ਰਹੇ ਹਾਂ ਇਹ ਸਾਡੇ ਕੋਲ ਨਹੀਂ ਰਹਿਣਾ, ਜੋ ਪਦਾਰਥ ਜੋੜੇ ਨੇ ਇਹ ਹਮੇਸ਼ਾ ਸਾਡੇ ਕੋਲ ਨਹੀਂ ਰਹਿਣੇ। ਇਸ ਪ੍ਰਕਾਰ ਉਹ ਲੋਕ ਕਦੇ ਵੀ ਪਰਾਇਆ ਹੱਕ ਨਹੀਂ ਮਾਰਦੇ, ਪਰਾਇਆ ਹੱਕ ਨਹੀਂ ਖਾਂਦੇ। ਆਏ ਜੇ ਰੱਬ ਅਨੁਸਾਰੀ, ਤੇ ਜੋ ਪਰਮੇਸ਼ਰ ਦਾ ਦਿੱਤਾ ਉਹੀ ਛਕਦੇ ਨੇ। ਲਖ ਕੈ ਸ਼ਾਸਤਰ ਵੈਦ ਸੰਯੁਕਤਾ। ਇਸ ਪ੍ਰਕਾਰ ਜੋ ਸ਼ਾਸਤਰ ਗ੍ਰੰਥਾਂ ਦੇ ਅੰਦਰ ਦਰਜ ਹੈ, ਹਵੈ ਨਿਰਸੰਕ ਬਨਹਿ ਸੋ ਭੁਗਤਾ। ਤੇ ਜੋ
ਆਪਣੇ ਹੱਕ ਦੀ ਕਮਾਈ ਖਾਂਦੇ ਨੇ, ਉਹ ਡਰ ਤੋਂ ਭੈ ਤੋਂ ਰਹਿਤ ਹੋ ਕਰਕੇ ਆਪਣੇ ਹੱਕ ਦੀ ਕਮਾਈ ਦੇ ਪਦਾਰਥ ਭੋਗਦੇ ਨੇ। ਸੋ ਸਾਕ ਲਖੋ ਉਰਮਾਹੀ। ਮਹਾਰਾਜ ਕਹਿੰਦੇ ਏਦਾਂ ਜਾਣ ਲਵੋ ਉਹ ਲੋਕ ਸਾਗ ਖਾ ਰਹੇ ਨੇ। ਪ੍ਰਾਰ ਬਦ ਭੋਗਹਿ ਚਿਤ ਤੇ ਚਾਹੀ। ਇਸ ਪ੍ਰਕਾਰ ਆਪਣੀ ਚਿੱਤ ਦੀਆਂ ਇਛਾਵਾਂ ਅਨੁਸਾਰ ਹੱਕ ਦੀ ਕਮਾਈ ਦੇ ਪਦਾਰਥ ਭੋਗਦੇ ਨੇ। ਅਮਰ ਜੇ ਗਿਆਨੀ ਤਿਨ ਕੋ ਕਾਰਨ। ਤੇ ਜਿਹੜੇ ਗਿਆਨਵਾਨ ਦੇਵਤੇ ਹਨ, ਗੈਂਡੇ ਸੇ ਆਦਿਕ ਪਸਮਾਰਨ। ਉਹਨਾਂ ਦੀ ਖਾਤਰ ਤੁਸੀਂ ਗੈਂਡੇ ਘੋੜੇ ਆਦਿਕ ਮਾਰ ਕੇ ਜਗ ਕਰਦੇ ਹੋ। ਸੋ ਆਤਮ ਕੋ ਲਖਹਿ ਅਕਰੂਤਾ। ਇਸ ਪ੍ਰਕਾਰ ਤੁਸੀਂ ਇਹ ਜਾਣ ਕੇ ਪਾਪ ਕਰਦੇ ਹੋਗੇ ਕਿ ਆਤਮਾ ਦਾ ਕੰਮ ਨਹੀਂ ਹੈ। ਸਦਾ ਅਭੁਗਤ ਚਿਤ ਇਉ ਤਰੂਤਾ। ਇਸ ਪ੍ਰਕਾਰ ਤਾਂ ਹੀ ਨਾ ਭੋਗਣ ਵਾਲੇ ਪਦਾਰਥ ਭੋਗਦੇ ਹੋ। ਭੋਗਨ ਧਰਮ ਪ੍ਰਾਣ ਕੋ ਜਾਣੋ। ਇਸ ਪ੍ਰਕਾਰ ਜਿਹੜਾ ਧਰਮ ਦਾ ਪ੍ਰਾਣਾ ਦਾ ਧਰਮ ਹੈ ਇਹੀ ਭੋਗਣਾ ਇਹ ਜਾਣਦੇ ਹੋ। ਕਰਨ ਧਰਮ ਰਖੀਕ ਪਛਾਨੋ। ਇਸ ਲਈ ਜੋ ਪਾਪ ਪੁੰਨ ਹੈ ਸਾਡੇ ਹੱਥ ਕੱਢ ਰਹੇ ਨੇ, ਉਂਗਲਾਂ ਕਰ ਰਹੀਆਂ ਨੇ, ਇਹਨਾਂ ਦਾ ਲੇਖਾ ਜੋਖਾ ਨਹੀਂ ਹੋਣਾ ਇਹ ਤੁਸੀਂ ਜਾਣਦੇ ਹੋ। ਲਖਨੋ ਧਰਮ ਜੋ ਮਨ ਕੋ ਹੋਈ। ਇਸ ਪ੍ਰਕਾਰ ਲਖਨੋ ਧਰਮ ਜੋ ਮਨ ਕੋ ਹੋਈ, ਤੇ ਮਨ ਜਿਹੜਾ ਮਨ ਦਾ ਧਰਮ ਹੈ ਨਾ ਉਹੀ ਜਾਣਨਾ ਹੈ। ਚੰਗਾ ਮਾੜਾ ਮਨ ਹੀ ਪਹਿਚਾਣਦਾ ਹੈ। ਇਸ ਪ੍ਰਕਾਰ ਸਮਝਤ ਹੈ ਸੋਈ। ਜਿਹੜੇ ਲੋਕ ਇਸ ਪ੍ਰਕਾਰ ਸਮਝਦੇ ਹਨ, ਪ੍ਰਾਰ ਬਦ ਲਖ ਭੋਗਹਿ ਜੋ। ਤੇ ਜਿਹੜੇ ਲੋਕ ਇਸ ਪ੍ਰਕਾਰ ਇਹ ਜਾਣਦੇ ਨੇ ਕਿ ਇਸ ਸੰਸਾਰ ਦੇ ਉੱਪਰ ਜੋ ਮਰਜ਼ੀ ਕਰੀ ਜਾਈਏ ਸਾਡਾ ਕਿਹੜਾ ਲੇਖਾ ਜੋਖਾ ਹੋਣਾ ਹੈ, ਸਤਿਗੁਰੂ ਜੀ ਕਹਿੰਦੇ ਉਹੀ ਐਸੇ ਪਾਪ ਕਮਾਉਂਦੇ। ਤੇ ਜਿਹੜੇ ਲੋਕ ਆਪਣੀ ਕਿਸਮਤ ਦਾ ਦਿੱਤਾ ਖਾਂਦੇ ਨੇ, ਪੁੰਨ ਪਾਪ ਮਹਿ ਲਿਪੈ ਨ ਸੋ। ਉਹ ਭਾਈ ਪਾਪਾਂ ਔਰ ਪੁੰਨਾਂ ਤੋਂ ਨਿਰਲੇਪ ਹੁੰਦੇ ਨੇ। ਆਰ ਜੇ ਹੈ ਮੂਰਖ ਅਗਿਆਨੀ। ਤੇ ਜਿਹੜੇ ਲੋਕ ਮੂਰਖ ਹਨ, ਅਗਿਆਨੀ ਹਨ, ਦੰਭ ਬੈਸਨੋ ਜਿਉ ਬਿਦਥਾਨੀ। ਇਸ ਪ੍ਰਕਾਰ ਉਹ ਪਖੰਡ ਕਰਦੇ ਨੇ, ਪਖੰਡ ਕਰਕੇ ਵੈਸ਼ਨੂੰ ਅਖਵਾਉਂਦੇ ਨੇ। ਮਾਸ ਪਿਖੇ ਦਿਨ ਨਾਕ ਬਦਾਵਾ। ਇਸ ਪ੍ਰਕਾਰ ਜਦੋਂ ਮਾਸ ਰੰਨਿਆ ਵੇਖਦੇ ਨੇ ਤੇ ਨੱਕ ਘੁੱਟ ਲੈਂਦੇ ਨੇ। ਨਿਸ ਪਰਤਿ ਸੋ ਕੇਲ ਕਮਾਵਹੇ। ਤੇ ਇਸ ਪ੍ਰਕਾਰ ਪਰ ਇਸਤਰੀ ਦੇ ਨਾਲ ਜਾ ਕਰਕੇ ਵਿਕਾਰ ਭੋਗਦੇ ਨੇ। ਮਹਾਰਾਜ ਕਹਿੰਦੇ ਕੱਚਾ ਹੀ ਮਾਸ ਖਾਂਦੇ ਨੇ। ਲੋਚਨ ਸਮਤ ਹਿਰਦੈ ਜਿਸ ਨਾਹੀ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਰੂਪੀ ਅੱਖਾਂ ਨਹੀਂ ਹੁੰਦੀਆਂ, ਵਿਸੈ ਬਾਸਨਾ ਅੰਧ ਕਮਾਹੀ। ਉਹੀ ਵਿਸ਼ੇ ਬਾਸ਼ਨਾ ਹਨੇਰੇ ਅੰਦਰ ਕਮਾਉਂਦੇ ਹਨ, ਵਿਸ਼ੇ ਬਾਸ਼ਨਾ ਦੀ ਅੰਧ ਕਮਾਹੀ ਕਰਦੇ ਨੇ। ਵਹਿਰ ਮਾਸ ਕੋ ਜਾਣੈ ਮੰਦਾ। ਮਹਾਰਾਜ ਕਹਿੰਦੇ ਬਾਹਰਲਾ ਮਾਸ ਨੂੰ ਭੈੜਾ ਜਾਣਦੇ ਨੇ। ਛਾਪ ਕਰ ਭੋਗੈ ਹਵੈ ਦੁਖ ਦੁੰਦਾ। ਤੇ ਜਿਹੜੇ ਲੁਕ ਲੁਕ ਕੇ ਵਿਕਾਰ ਭੋਗਦੇ ਨੇ ਜਾਂ ਚੋਰੀ ਛੁਪੇ ਪਰਾਏ ਦੇ ਹੱਕ ਮਾਰਦੇ ਨੇ। ਜਿਨ ਨਰ ਅਗਿਆਨੀ ਦੁਖ ਧਾਰਾ। ਮਹਾਰਾਜ ਕਹਿੰਦੇ ਐਸੇ ਲੋਕ ਅਗਿਆਨੀ ਹਨ, ਇਹਨਾਂ ਨੂੰ ਗਿਆਨ ਨਹੀਂ ਬਹੁਤਾ ਦੁੱਖ ਪਾਉਣਗੇ। ਪਾਪ ਸਹਿਤ ਸੇ ਕਰਹਿ ਆਹਾਰਾ। ਮਹਾਰਾਜ ਕਹਿੰਦੇ ਜਿਹੜੇ ਪਾਪ ਸਹਿਤ ਆਹਾਰਾ ਖਾਣਾ ਕਰਦੇ ਨੇ, ਕਹਿੰਦੇ ਜਿਹੜੇ ਜਾਣ ਬੁੱਝ ਕੇ ਇਸ ਪ੍ਰਕਾਰ ਪਾਪ ਕਮਾਉਂਦੇ ਨੇ, ਘਰ ਦੇ ਅੰਦਰ ਦਾਲ ਰੋਟੀ ਵਧੀਆ ਬਣਦੀ ਹੋਵੇ ਫੇਰ ਵੀ ਮਾਸ ਖਾਂਦੇ ਨੇ। ਵਿਆਹਾਂ ਸ਼ਾਦੀਆਂ ਵਿੱਚ ਸੰਗਤ ਜੀ ਸਾਰਾ ਹੀ ਸੰਸਾਰ ਜਾਂਦਾ ਹੈ ਤੇ ਉੱਥੇ 5-7 ਜਿਹੜੇ ਹੁੰਦੇ ਨੇ ਸਬਜ਼ੀਆਂ ਵਾਲੇ ਭਾਂਡੇ ਹੁੰਦੇ ਤੇ 1-2 ਮੀਟ ਵਾਲੇ ਹੁੰਦੇ ਨੇ। ਜਿਹੜੇ 5-7 ਸਬਜ਼ੀਆਂ ਵਾਲੇ ਭਾਂਡੇ ਉਹ ਨਹੀਂ ਦਿੰਦੇ, ਜਿਹੜੇ 1-2 ਮੀਟ ਵਾਲੇ ਹੁੰਦੇ ਨੇ ਉਧਰ ਨੂੰ ਪਲੇਟਾਂ ਚੱਕੀਆਂ ਹੁੰਦੀਆਂ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਜਿਹੜੇ ਪਾਪ ਦੇ ਸਹਿਤ ਖਾਣਾ ਕਰਦੇ ਨੇ। ਦੇਖੋ ਸਤਿਗੁਰਾਂ ਨੇ 84 ਲੱਖ ਜੂਨਾਂ ਰਚੀਆਂ ਨੇ ਤੇ 84 ਲੱਖ ਜੂਨਾਂ ਦਾ ਆਪੋ ਆਪਣਾ ਖਾਣਾ ਬਣਾਇਆ ਹੈ। ਜੂਨਾਂ ਦੇ ਵਿੱਚ ਇੱਕ ਸ਼ੇਰ ਦੀ ਜੂਨ ਹੈ ਜਿਸ ਦਾ ਕੰਮ ਮਾਸ ਹੀ ਖਾਣਾ ਹੈ, ਰਹਿੰਦਾ ਘਾਹ ਦੇ ਵਿੱਚ ਹੈ, ਜੰਗਲਾਂ ਦੇ ਵਿੱਚ, ਤੇ ਪਰ ਖਾਣਾ ਉਸ ਨੇ ਮਾਸ ਹੈ। ਤੇ ਪੰਛੀਆਂ ਦੇ ਵਿੱਚੋਂ ਬਾਜ ਹੈ,
ਜਿਸ ਦਾ ਕਮਾ ਇਸ ਪ੍ਰਕਾਰ ਉਹਨੂੰ ਬਦਾਮ ਪਾ ਦਈਏ, ਛੋਲੇ ਪਾ ਦਈਏ, ਨਹੀਂ ਚੱਬੇਗਾ। ਉਸ ਦਾ ਕੰਮ ਵੀ, ਉਸ ਦਾ ਖਾਣਾ ਵੀ ਮਾंस ਖਾਣਾ ਹੈ। ਇਸ ਪ੍ਰਕਾਰ ਉਹ ਮਾंस ਖਾ ਕੇ ਆਨੰਦ ਮਾਣਦੇ। ਪਰ ਜਿਹੜੀ ਗਊ ਹੈ, ਇਸ ਪ੍ਰਕਾਰ ਉਹ ਹਰਾ ਚਾਰਾ ਖਾਂਦੀ ਹੈ, ਉਹ ਮਾंस ਕਦੇ ਵੀ ਨਹੀਂ ਛਕਦੀ। ਪਰ ਜਿਹੜਾ ਬੰਦਾ ਹੈ, ਬੰਦੇ ਦੇ ਖਾਣ ਵਾਸਤੇ ਇਸ ਪ੍ਰਕਾਰ ਕਈ ਪ੍ਰਕਾਰ ਦੀਆਂ ਸਬਜ਼ੀਆਂ ਪਦਾਰਥਾਂ ਹਨ। ਪਰ ਜੋ ਖੁਸ਼ੀ ਇਸ ਨੂੰ ਜੀਭ ਮਾਰ ਕੇ ਖਾਣ 'ਚ ਮਿਲਦੀ ਹੈ, ਉਹ ਖੁਸ਼ੀ ਇਸ ਨੂੰ ਸਬਜ਼ੀਆਂ ਵਿੱਚ ਨਹੀਂ ਮਿਲਦੀ। ਇਸ ਪ੍ਰਕਾਰ ਇੱਕ ਵਾਰ ਇੱਕ ਪੱਤਰਕਾਰ ਨੇ ਇੱਕ ਨਾਵਲ ਲਿਖਿਆ ਸੀ, ਜਿਸ ਦੇ ਵਿੱਚ ਉਸ ਨੇ ਲਿਖਿਆ ਸੀ ਕਿ ਜਿਹੜੇ ਧਰਮੀ ਲੋਕ ਪਖੰਡ ਕਰਦੇ ਨੇ, ਜਿਹੜਾ ਪਰਮੇਸ਼ਰ ਜੇਕਰ ਇਹ ਮੰਨਦੇ ਨੇ ਕਿ ਕਣ-ਕਣ ਦੇ ਵਿੱਚ ਵਸਿਆ ਹੈ, ਜੇਕਰ ਉਹ ਬਨਸਪਤੀ ਦੇ ਵਿੱਚ ਹਰ ਇੱਕ ਸਬਜ਼ੀ ਅੰਦਰ, ਹਰ ਇੱਕ ਫਲ ਦੇ ਅੰਦਰ ਪਰਮੇਸ਼ਰ ਬੈਠਾ ਹੈ, ਇਸੇ ਤਰ੍ਹਾਂ ਹੀ ਹਰ ਇੱਕ ਜੀਵ ਦੇ ਅੰਦਰ ਪਰਮੇਸ਼ਰ ਹੈ। ਜੇਕਰ ਮੀਟ ਖਾਣਾ, ਮਾंस ਖਾਣਾ ਮਾੜਾ ਹੈ, ਤੇ ਫਿਰ ਤਾਂ ਭਾਈ ਸਬਜ਼ੀ ਖਾਣੀ ਵੀ ਮਾੜੀ ਹੈ, ਫਿਰ ਤਾਂ ਫਲ ਖਾਣੇ ਵੀ ਮਾੜੇ ਹਨ, ਕਿਉਂਕਿ ਕਣ-ਕਣ ਵਿੱਚ ਪਰਮੇਸ਼ਰ ਹੈ। ਤੇ ਮਹਾਂਪੁਰਖਾਂ ਨੇ ਆਪਣੇ ਕੋਲ ਸੱਦਿਆ ਸੀ ਤੇ ਉਸ ਨੂੰ ਪੁੱਛਿਆ, ਭਾਈ ਗੁਰਮੁਖਾ ਕੀ ਸਵਾਲ ਹੈ ਤੇਰਾ? ਕਹਿੰਦਾ ਜੀ, ਜਾਂ ਤਾਂ ਮਾंस ਖਾਵੋ ਤੇ ਜਾਂ ਫਿਰ ਸਬਜ਼ੀ ਵੀ ਛੱਡੋ, ਇਹਦੇ ਵਿੱਚ ਭੇਦ ਭਾਵ ਨਾ ਕਰੋ, ਕਿਉਂਕਿ ਪਰਮੇਸ਼ਰ ਤਾਂ ਸਬਜ਼ੀ ਵਿੱਚ ਵੀ ਹੈ ਤੇ ਪਰਮੇਸ਼ਰ ਮੁਰਗੇ ਮੱਛੀਆਂ ਵਿੱਚ ਵੀ ਹੈ। ਜੇਕਰ ਮਾंस ਖਾਣਾ ਮਾੜਾ ਹੈ, ਫਿਰ ਸਬਜ਼ੀ ਖਾਣੀ ਵੀ ਮਾੜੀ ਹੈ। ਤੇ ਮਹਾਂਪੁਰਖਾਂ ਨੇ ਸਮਝਾਇਆ, ਭਾਈ ਗੁਰਮੁਖਾ ਹਰ ਇੱਕ ਚੀਜ਼ ਵਿੱਚ ਅੰਤਰ ਹੈ, ਹਰ ਇੱਕ ਜੀਵ ਦਾ ਆਪੋ ਆਪਣਾ ਖਾਣਾ ਹੈ। ਨਾ ਸਮਝਿਆ, ਬਾਰ-ਬਾਰ ਜਿੱਦ ਕਰਨ ਲੱਗਾ। ਤੇ ਮਹਾਂਪੁਰਖਾਂ ਨੇ ਸਵਾਲ ਕੀਤਾ, ਭਾਈ ਤੇਰਾ ਪਰਿਵਾਰ ਹੈ? ਕਹਿੰਦਾ ਜੀ ਬਿਲਕੁਲ ਮੇਰਾ ਪਰਿਵਾਰ ਹੈ, ਮੇਰੇ 2 ਭੈਣਾਂ ਹਨ, ਇੱਕ ਪਤਨੀ ਹੈ, ਇੱਕ ਬੇਟੀ ਹੈ। ਇਸ ਪ੍ਰਕਾਰ ਇੱਕ ਮਾਂ ਹੈ, ਪਿਤਾ ਹੈ, ਭਰਾ ਹੈ। ਤੇ ਮਹਾਂਪੁਰਖ ਪੁੱਛਣ ਲੱਗੇ, ਭਾਈ ਤੂੰ ਕਹਿੰਦਾ ਕਿਸੇ ਚੀਜ਼ ਵਿੱਚ ਫਰਕ ਨਹੀਂ ਕਰਨਾ ਚਾਹੀਦਾ। 5 ਤੱਤਾਂ ਦਾ ਸਰੀਰ ਤੇਰੀ ਪਤਨੀ ਦਾ, 5 ਤੱਤਾਂ ਦਾ ਸਰੀਰ ਤੇਰੀਆਂ ਭੈਣਾਂ ਦਾ ਹੈ, ਤੇਰੀ ਮਾਂ ਦਾ ਹੈ, ਤੇਰੀ ਪੁੱਤਰੀ ਦਾ ਹੈ। ਤੇ ਜਿਹੜੇ ਤੂੰ ਇਸ ਪ੍ਰਕਾਰ ਸੰਬੰਧ ਆਪਣੀ ਪਤਨੀ ਨਾਲ ਬਣਾਉਣਾ ਹੈ, ਜਿਹੜਾ ਰਿਸ਼ਤਾ ਤੇਰਾ ਆਪਣੀ ਪਤਨੀ ਨਾਲ ਹੈ, ਉਹ ਆਪਣੀਆਂ ਭੈਣਾਂ ਨਾਲ ਵੀ ਨਿਭਾਉਣਾ ਹੈ, ਉਹ ਆਪਣੀ ਮਾਂ ਨਾਲ ਵੀ ਨਿਭਾਉਣਾ ਹੈ। ਉਹਨਾਂ ਦੇ ਵਿੱਚ ਫਿਰ ਕਿਉਂ ਅੰਤਰ ਸਮਝਦਾ ਹੈ? ਉਹਨਾਂ ਦੇ ਵਿੱਚ ਕਿਉਂ ਭੇਦ ਭਾਵ ਸਮਝਦਾ ਹੈ? ਜੇਕਰ ਤੈਨੂੰ ਇਹ ਲੱਗਦਾ ਹੈ ਕਿ ਹਰ ਇੱਕ ਚੀਜ਼ ਦੇ ਅੰਦਰ ਪਰਮੇਸ਼ਰ ਹੈ, ਜਾਂ ਤਾਂ ਮੀਟ ਖਾਵੋ ਤੇ ਜਾਂ ਫਿਰ ਫਲ ਖਾਣੇ ਵੀ ਛੱਡੋ, ਅੰਤਰ ਨਾ ਕਰੋ, ਭੇਦ ਨਾ ਕਰੋ। ਤੇ ਫਿਰ ਤੂੰ ਪਰਿਵਾਰਕ ਰਿਸ਼ਤਿਆਂ ਵਿੱਚ ਕਿਉਂ ਭੇਦ ਕਰਦਾ ਹੈ? ਉਹੀ ਸਰੀਰ ਤੇਰੀ ਪਤਨੀ ਦਾ ਹੈ, ਉਹੀ ਸਰੀਰ ਤੇਰੀਆਂ ਭੈਣਾਂ ਦਾ, ਮਾਂ ਦਾ, ਪੁੱਤਰੀ ਦਾ ਹੈ। ਉਹਨਾਂ ਰਿਸ਼ਤਿਆਂ ਵਿੱਚ ਫਿਰ ਕਿਉਂ ਭੇਦ ਭਾਵ ਕਰਦਾ ਹੈ? ਐਸੇ ਮਹਾਂਪੁਰਖਾਂ ਨੇ ਜਦੋਂ ਸਵਾਲ ਜਵਾਬ ਕੀਤੇ ਤੇ ਅੱਗੋਂ ਨੀਵੀਂ ਨਾ ਚੁੱਕੀ ਗਈ, ਕੋਈ ਜਵਾਬ ਨਾ ਆਇਆ। ਮਹਾਂਪੁਰਖ ਕਹਿਣ ਲੱਗੇ ਕਿ ਸਬਜ਼ੀ ਖਾਂਦੇ ਹੋਈਏ, ਰੋਟੀ ਖਾਂਦੇ ਹੋਈਏ, ਦਹੀਂ ਦੇ ਵਿੱਚ ਕੋਈ ਮੱਖੀ ਡਿੱਗ ਪਵੇ, ਕੋਈ ਕੀੜਾ ਮਕੌੜਾ ਡਿੱਗ ਪਵੇ, ਤੇ ਦਹੀਂ ਵਾਲੀ ਕੌਲੀ ਚੱਕ ਕੇ ਪਾਸੇ ਰੱਖ ਦਿੰਦੇ ਹਾਂ, ਸਬਜ਼ੀ ਵਾਲੀ ਲੱਸੀ ਵਾਲਾ ਜੱਗ ਪਾਸੇ ਰੱਖ ਦਿੰਦੇ ਹਾਂ, ਭਾਈ ਇਹਦੇ ਵਿੱਚ ਮੱਖੀ ਡਿੱਗੀ। ਉਹ ਵੀ ਇੱਕ ਜੀਵ ਹੈ, ਉਹ ਵੀ ਇੱਕ ਮਾंस ਹੈ, ਉਹਨੂੰ ਵੀ ਖਾ ਲਿਆ ਕਰੋ। ਤੇ ਜਦੋਂ ਕਿਤੇ ਮੱਛੀ, ਬੱਕਰਾ, ਮੁਰਗਾ ਬਣਿਆ ਹੋਵੇ ਤੇ ਦੇਗਿਆਂ ਦੇ ਦੇਗੇ ਚੱਟ ਜਾਂਦੇ ਹੋ, ਪਰ ਉਹਦੇ ਵਿੱਚ ਕਿਉਂ ਭੇਦਭਾਵ ਕਰਦੇ ਹੋ? ਉਹ ਵੀ ਛੱਡ ਲਿਆ ਕਰੋ। ਐਸੇ ਹੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਜਿਹੜੇ ਲੋਕ ਜਾਣ ਬੁੱਝ ਕੇ, ਜਿਨ੍ਹਾਂ ਦੇ 15-15 ਕਿੱਲੇ ਸਬਜ਼ੀ ਦੇ ਬੀਜੇ ਹੁੰਦੇ ਨੇ, ਉਹ ਵੀ ਸ਼ਾਮ ਨੂੰ ਮੁਰਗੇ ਮੱਛੀਆਂ ਖਾਂਦੇ ਨੇ। ਮਹਾਰਾਜ ਕਹਿੰਦੇ ਜਾਣ ਬੁੱਝ ਕੇ ਪਾਪ ਕਮਾਉਂਦੇ ਨੇ। ਹਾਂ, ਜੰਗਲਾਂ ਦੇ ਵਿੱਚ ਰਹਿੰਦੇ ਹੋਣ, ਕੋਈ ਪ੍ਰਸ਼ਾਦੇ ਪਾਣੀ ਦਾ ਸਾਧਨ ਨਾ ਹੋਵੇ, ਉੱਥੇ ਸ਼ਿਕਾਰ ਖੇਡਣਾ, ਉੱਥੇ ਆਪਣੇ ਹੱਥੀਂ ਮਾਰਨਾ, ਆਪਣੇ ਹੱਥੀਂ ਸਵਾਰਨਾ। ਜੇਕਰ ਕਿਸੇ ਨੂੰ ਕਹੀਏ ਕਿ ਜੀਵ ਨੂੰ ਆਪਣੇ ਹੱਥੀਂ ਮਾਰੋ, ਆਪਣੇ ਹੱਥੀਂ ਇਸ ਦੇ ਖੰਭ ਪੱਟੋ, ਇਸ ਨੂੰ ਤਲੋ ਧਰੋ, ਤੇ ਕਿਸੇ ਦਾ ਜੇਰਾ ਨਹੀਂ ਪਵੇਗਾ ਮਾਰਨ ਦਾ। ਪਰ ਦੁਕਾਨ ਤੇ ਜਾ ਕੇ ਪੈਸੇ ਫੜਾ ਕੇ ਕੱਟਿਆ ਕਟਾਇਆ ਲੈ ਕੇ ਛਕ ਲੈਣਾ, ਇਹ ਕਿੱਧਰ ਦੀ ਸੂਰਮਤਾ ਹੈ? ਇਸ ਪ੍ਰਕਾਰ ਮਹਾਰਾਜ ਬਚਨ ਕਰਦੇ ਨੇ, ਜਿਹੜੇ ਜਾਣ ਬੁੱਝ ਕੇ ਕਿਸੇ ਦਾ ਹੱਕ ਮਾਰਦੇ ਨੇ ਜਾਂ ਜਾਣ ਬੁੱਝ ਕੇ ਮਾंस ਖਾਂਦੇ ਨੇ, ਜਾਣੋ ਪਾਪ ਦਾ ਖਾਣਾ ਖਾ ਰਹੇ ਹਨ ਜੀ। ਜੇ ਗਿਆਨੀ ਤਨਹੰਤ ਨਸਾਇਕ, ਤੇ ਜਿਹੜੇ ਲੋਕਾਂ ਨੇ
ਆਪਣੇ ਸਰੀਰ ਦਾ ਸਾਰਾ ਹੰਕਾਰ ਮਾਨ ਨਾਸ਼ ਕੀਤਾ ਹੈ। ਆਏ ਆਹਾਰ ਸੋ ਸਹਿਜ ਸੁਭਾਇਕ। ਜੋ ਪ੍ਰਸ਼ਾਦਾ ਪਾਣੀ ਪਰਮੇਸ਼ਰ ਦਾ ਬਖਸ਼ਿਆ ਉਹਨਾਂ ਨੂੰ ਮਿਲ ਰਿਹਾ ਹੈ, ਉਹੀ ਛਕਦੇ ਨੇ। ਬਰਾਰ ਬਦ ਲਖ ਪਾਵਤ ਸੋ। ਉਹ ਆਪਣੀ ਕਿਸਮਤ ਦਾ ਲਿਖਿਆ ਛਕਦੇ ਨੇ, ਜੋ ਪਰਮੇਸ਼ਰ ਨੇ ਲਿਖਿਆ ਹੈ ਉਹੀ ਉਹਨਾਂ ਨੂੰ ਮਿਲਦਾ ਹੈ। ਤਾ ਕੋ ਪਾਪ ਨਾ ਪੁੰਨਹਿ ਕੋ। ਇਸ ਲਈ ਜੋ ਵੀ ਉਹਨਾਂ ਕੋਲ ਧਨ ਪਦਾਰਥ ਹੈ, ਜੋ ਵੀ ਪ੍ਰਸ਼ਾਦਾ ਪਾਣੀ ਉਹਦੇ ਵਿੱਚ ਖੁਸ਼ ਰਹਿੰਦੇ ਨੇ, ਇਸ ਲਈ ਉਹ ਪਾਪਾਂ ਪੁੰਨਾਂ ਤੋਂ ਨਿਰਲੇਪ ਹਨ। ਲਿਖਿਓ ਪ੍ਰਾਨ ਕਤੇਬਨ ਮਾਸਾ। ਮਹਾਰਾਜ ਕਹਿੰਦੇ 18 ਪ੍ਰਾਣ 4 ਕਿਤਾਬਾਂ ਹਨ, ਉਹਨਾਂ ਵਿੱਚ ਵੀ ਮਾਸ ਦੇ ਪ੍ਰਸੰਗ ਲਿਖੇ ਨੇ। ਮਾਸ ਸੰਗ ਪੂਜੇ ਸੁਰ ਰਸਾ। ਮਹਾਰਾਜ ਕਹਿੰਦੇ ਹੈ ਬ੍ਰਾਹਮਣ ਲੋਕੋ, ਮਾਸ ਨੂੰ ਇੰਨਾ ਨਿੰਦਦੇ ਹੋ ਤੇ ਮਾਸ ਦੇ ਨਾਲ ਹੀ ਦੇਵੀ ਦੇਵਤਿਆਂ ਦੀਆਂ ਪੂਜਾ ਕਰਦੇ ਹੋ। ਕਾਜ ਵਿਵਹਾਦਿਕ ਜੇਸ ਤ੍ਰਿਹੀ। ਮਹਾਰਾਜ ਕਹਿੰਦੇ ਕਾਜ ਵਿਵਾਦਕ ਜੇ ਸਭ ਹੀ, ਜਿੰਨੇ ਵੀ ਵਿਆਹ ਹੁੰਦੇ ਨੇ, ਮੰਗਣੇ ਹੁੰਦੇ ਨੇ, ਜੋ ਵੀ ਖੁਸ਼ੀ ਦੇ ਤੁਹਾਡੇ ਪ੍ਰੋਗਰਾਮ ਨੇ, ਬਿਨਾ ਮਾਸ ਤੇ ਸੁਬਹ ਨਾ ਕਬਹੀ। ਮਹਾਰਾਜ ਕਹਿੰਦੇ ਉਦੋਂ ਇਹ ਸੋਚਦੇ ਹੋਗੇ ਜੇਕਰ ਸ਼ਰਾਬ ਪੀਟ ਨਾ ਚਲਾਇਆ ਤੇ ਪਿੰਡ ਵਾਲੇ ਕੀ ਕਹਿਣਗੇ, ਜੇਕਰ ਸ਼ਰਾਬ ਪੀਟ ਨਾ ਚਲਾਇਆ ਤੇ ਸਾਡੀ ਵਡਿਆਈ ਕਿਵੇਂ ਹੋਵੇਗੀ, ਜੇਕਰ ਸ਼ਰਾਬ ਪੀਟ ਨਾ ਚਲਾਇਆ ਖਣੀ ਸਾਰਾ ਪਿੰਡ ਭੁੱਖਾ ਹੀ ਮੁੜ ਜਾਵੇਗਾ। ਉਦੋਂ ਤਾਂ ਇਹ ਸੋਚ ਕੇ ਮਾਸ ਵੱਢਦੇ ਹਾਂ। ਪਾਤ ਸਾਹ ਨਿਰਪ ਆਮਿਖ ਖਾਵਤ। ਮਹਾਰਾਜ ਕਹਿੰਦੇ ਫਿਰ ਜਿੰਨੇ ਵੀ ਬਾਦਸ਼ਾਹ ਧਨਾੜ ਤਗੜੇ ਲੋਕ ਨੇ ਸਾਰੇ ਹੀ ਮਾਸ ਖਾਂਦੇ ਨੇ। ਜੇ ਤੁਮ ਲਖੋ ਨਰਕ ਸੋ ਜਾਵਤ। ਜੇਕਰ ਤੁਹਾਨੂੰ ਇਹ ਚੀਜ਼ ਦਾ ਪਤਾ ਹੈ, ਗਿਆਨ ਹੈ ਕਿ ਮਾਸ ਖਾਣ ਵਾਲੇ ਨਰਕਾਂ ਨੂੰ ਜਾਣਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਅਤੇ ਰਹਿਤਨਾਮਿਆਂ ਦੇ ਵਚਨ ਹਨ ਕਿ ਜਿੰਨੀ ਵਾਰ ਕਿਸੇ ਜੀਵ ਨੂੰ ਕੱਟ ਕੇ ਤੁਸੀਂ ਜੀਭ ਦੇ ਸਵਾਦ ਵਾਸਤੇ ਖਾਂਦੇ ਹੋ, ਉਨੀ ਵਾਰ ਆਪਣਾ ਆਪ ਕਟਾਉਣਾ ਪਵੇਗਾ। ਉਹ ਜੂਨਾਂ ਦੇ ਵਿੱਚ ਜਾ ਕਰਕੇ ਆਪਣਾ ਆਪ ਕਟਾ ਕਰਕੇ ਇਸ ਪ੍ਰਕਾਰ ਜਿਹੜਾ ਬਾਰੀ ਦਾ ਵੱਟਾ ਹੈ ਉਹ ਲਾਉਣਾ ਪਵੇਗਾ। ਮਹਾਰਾਜ ਕਹਿੰਦੇ ਜੇ ਤੁਸੀਂ ਜਾਣਦੇ ਹੋ ਕਿ ਮਾਸ ਖਾਣ ਵਾਲੇ ਪਾਪੀ ਨੇ, ਤੋ ਤੁਮ ਕਿਉ ਲੇਤਨ ਕੋ ਧਨ। ਮਹਾਰਾਜ ਕਹਿੰਦੇ ਫਿਰ ਉਹਨਾਂ ਦੇ ਮਹਿਲਾਂ ਦੇ ਅੰਦਰ ਜਾ ਕੇ ਉਹਨਾਂ ਦੀਆਂ ਝੂਠੀਆਂ ਵਡਿਆਈਆਂ ਕਰਦੇ ਹੋ, ਉਹਨਾਂ ਦੇ ਪ੍ਰੋਗਰਾਮਾਂ ਵਿੱਚ ਜਾ ਕੇ ਝੂਠੀਆਂ ਵਡਿਆਈਆਂ ਕਰਕੇ ਉਹਨਾਂ ਤੋਂ ਧਨ ਦਸ਼ਣਾ ਕਿਉਂ ਲੈਂਦੇ ਹੋ। ਕਰਹੁ ਆਹਾਰ ਧਾਰ ਅਗਿਆਨਾ। ਮਹਾਰਾਜ ਕਹਿੰਦੇ ਜਿਨ੍ਹਾਂ ਦੀ ਪਾਪਾਂ ਵਾਲੀ ਕਮਾਈ ਕੀਤੀ ਹੁੰਦੀ ਹੈ ਨਾ, ਪਰਾਏ ਹੱਕ ਮਾਰੇ ਹੁੰਦੇ ਨੇ, ਉਹਨਾਂ ਦੇ ਘਰੇ ਜਾ ਕੇ ਤੁਸੀਂ ਖਾਣਾ ਖਾਂਦੇ ਹੋ, ਉਹਨਾਂ ਦੇ ਘਰੇ ਜਾ ਕੇ ਧਨ ਲੈਂਦੇ ਹੋ। ਪੂਰਬ ਗਹਿ ਤੁਮ ਨਰਕ ਪਾਵੈ। ਮਹਾਰਾਜ ਕਹਿੰਦੇ ਮੁੱਖ ਦੀ ਗੱਲ ਇਹ ਹੈ ਜੋ ਧਨ ਦਾ ਪਖੰਡ ਕਰਦੇ ਨੇ ਨਾ, ਅਖਵਾਉਂਦੇ ਧਨ ਹੀ ਨੇ, ਪਰ ਸਭ ਤੋਂ ਵੱਧ ਜਿਹੜੇ ਵਿਕਾਰ ਭੋਗਦੇ ਨੇ, ਸਭ ਤੋਂ ਜ਼ਿਆਦਾ ਪਰਾਏ ਹੱਕ ਮਾਰਦੇ ਨੇ। ਤੁਸੀਂ ਮਾਸ ਖਾਣ ਵਾਲਿਆਂ ਤੋਂ ਪਹਿਲਾਂ, ਤੁਸੀਂ ਉਹਨਾਂ ਤੋਂ ਪਹਿਲਾਂ ਨਰਕ ਜਾਵੋਗੇ ਜੀ। ਮਨ ਪਾਛੇ ਤੇ ਸੋਏ ਸਧਾਵੈ। ਤੇ ਉਹ ਵੀ ਇੱਥੇ ਨਹੀਂ ਰਹਿਣੇ, ਉਹ ਵੀ ਤੁਹਾਡੇ ਪਿੱਛੇ ਹੀ ਆਉਣਗੇ। ਆਪ ਨ ਬੁਝੋ ਲੋਕ ਬੁਝਾਵੋ। ਮਹਾਰਾਜ ਕਹਿੰਦੇ ਆਪ ਇਹਨਾਂ ਗੱਲਾਂ ਨੂੰ ਜਾਣਦੇ ਨਹੀਂ ਕਿ ਪਰਾਇਆ ਹੱਕ ਨਹੀਂ ਖਾਣਾ ਚਾਹੀਦਾ, ਜੀਵ ਹੱਤਿਆ ਨਹੀਂ ਕਰਨੀ ਚਾਹੀਦੀ, ਤੇ ਲੋਕਾਂ ਨੂੰ ਸਮਝਾ ਰਹੇ ਹਾਂ। ਪਾਂਡੇ ਖਰੇ ਸਿਆਣ ਕਹਾਵੋ। ਮਹਾਰਾਜ ਕਹਿੰਦੇ ਹੈ ਪਾਂਡੇ ਇਹ ਤਾਂ ਬੜੀ ਸਿਆਣਪ ਦੀ ਗੱਲ ਲੋਕਾਂ ਨੂੰ ਸਮਝਾਉਂਦੇ ਹਾਂ। ਮਾਸਾ ਦੇਖ ਤੇ ਤ੍ਰੇ ਭਵਨ ਜੋ। ਮਹਾਰਾਜ ਕਹਿੰਦੇ ਜਿੰਨਾ ਵੀ ਮਾਸ ਆਦਿਕ ਔਰ ਤਿੰਨ ਭਵਨ ਹਨ, ਸਭ ਹੀ ਜਲ ਤੇ ਉਪਜਤ ਹੋ। ਸਾਰਾ ਕੁਝ ਹੀ ਜਲ ਤੋਂ ਪੈਦਾ ਹੁੰਦਾ ਹੈ। ਹਰ ਇੱਕ ਜੀਵ ਅੰਦਰ, ਬਨਸਪਤ ਅੰਦਰ, ਹਰ ਇੱਕ ਸ਼ੈ ਦੇ ਅੰਦਰ ਪਾਣੀ ਦਾ ਵਾਸਾ ਹੈ। ਜੋ ਤਿਆਗੇ ਜਲ ਕੇ ਰਸ ਰਾਸੀ। ਮਹਾਰਾਜ ਕਹਿੰਦੇ ਜਿਹੜੇ ਇਸ ਪ੍ਰਕਾਰ ਸਾਰੇ ਰਸਾਂ ਕਸਾਂ ਨੂੰ ਤਿਆਗ ਦਿੰਦੇ ਨੇ, ਸੋ ਪੰਡਤ ਹਵੈ ਹੈ ਸੰਨਿਆਸੀ। ਉਹੀ ਭਾਈ ਅਸਲ ਵਿਦਵਾਨ, ਅਸਲ ਸੰਨਿਆਸੀ ਹਨ। ਦੰਭ ਧਾਰ ਤੁਮ ਜਗ ਬਿਰਮਾਇਆ। ਮਹਾਰਾਜ ਕਹਿੰਦੇ ਪਖੰਡ ਨੂੰ ਧਾਰਨ ਕੀਤਾ ਹੈ ਤੇ ਲੋਕਾਂ ਨੂੰ ਭੁਲੇਖੇ ਵਿੱਚ ਪਾਇਆ ਹੈ। ਆਗੇ ਪਾਵ ਬਹੁਤ ਸਜਾਇਆ। ਮਹਾਰਾਜ ਕਹਿੰਦੇ
ਕਹਿੰਦੇ ਐਸੇ ਧਰਮੀ ਅਖਵਾਉਣ ਵਾਲੇ ਅੱਗੇ ਜਾ ਕੇ ਬਹੁਤੀਆਂ ਸਜ਼ਾਵਾਂ ਪਾਉਣਗੇ ਜੀ। ਐਉ ਜਬ ਭਾਖਿਓ ਸ੍ਰੀ ਗੁਣ ਐਨਾ। ਇਸ ਪ੍ਰਕਾਰ ਜਦੋਂ ਗੁਰੂ ਨਾਨਕ ਦੇਵ ਜੀਆਂ ਨੇ ਪਵਿੱਤਰ ਬਚਨ ਕਾਹੇ ਨੇ, ਤੂਸਨ ਭੇ ਸਭ ਆਈ ਨ ਪੈਨਾ। ਸਾਰੇ ਹੀ ਚੁੱਪ ਨੂੰ ਧਾਰਨ ਕਰਕੇ ਨੀਵੀਆਂ ਪਾ ਗਏ ਨੇ, ਕਿਸੇ ਨੂੰ ਕੋਈ ਬਚਨ ਨਹੀਂ ਆਉਂਦਾ। ਝੂਠ ਕੇ ਠਹਿਰਹਿ ਸਾਚ ਅਗਾਰੀ। ਭਾਈ ਬਾਲਾ ਜੀ ਕਹਿੰਦੇ ਜਿੱਥੇ ਸੂਰਜ, ਜਿੱਥੇ ਸੱਚ ਖੜ ਜਾਵੇ, ਜਿੱਥੇ ਸੂਰਜ ਚੜ ਜਾਵੇ, ਜਿਵੇਂ ਹਨੇਰਾ ਨਹੀਂ ਰਹਿੰਦਾ, ਇਸ ਪ੍ਰਕਾਰ ਹੀ ਜਿੱਥੇ ਸੱਚ ਖੜ ਜਾਵੇ ਤੇ ਝੂਠ ਕਿਵੇਂ ਟਿਕ ਸਕਦਾ ਹੈ। ਜਿਉ ਕਾਇਰ ਪਿਕਸੂਰ ਉਦਾਰੀ। ਮਹਾਰਾਜ ਕਹਿੰਦੇ ਝੂਠ ਤਾਂ ਏਦਾਂ ਸੱਚ ਦੇ ਮੂਹਰੇ ਦੌੜਦਾ ਹੈ, ਜਿਵੇਂ ਜੰਗ ਦੇ ਮੈਦਾਨ ਵਿੱਚ ਕੋਈ ਸੂਰਮਾ ਉਤਰ ਆਵੇ ਤੇ ਸੂਰਮੇ ਨੂੰ ਵੇਖ ਕੇ ਜਿਵੇਂ ਕਾਇਰ ਬੁਝਦਿਲ ਦੌੜਦੇ ਨੇ। ਨਾਨੂ ਦੁਐ ਕਰ ਬੰਦ ਉਚਾਰਾ। ਇਸ ਪ੍ਰਕਾਰ ਜਿਹੜਾ ਵਿਦਵਾਨ ਪੰਡਤ ਨਾਨੂ ਨਾਮ ਦਾ ਸੀ ਨਾ, ਉਹਨੇ ਇਸ ਪ੍ਰਕਾਰ ਬਚਨ ਉਚਾਰੇ ਨੇ। ਹੇ ਫਕੀਰ ਕਿਆ ਨਾਮ ਤੁਮਾਰਾ। ਕਹਿਣ ਲੱਗਾ ਹੈ ਫਕੀਰ ਤੁਹਾਡਾ ਨਾਮ ਕੀ ਹੈ। ਕਹੇ ਗੁਰੂ ਹਮ ਨਾਨਕ ਨਾਮੂ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਭਾਈ ਸਾਡਾ ਨਾਮ ਗੁਰੂ ਨਾਨਕ ਹੈ। ਸੇਵਕ ਨਿਰੰਕਾਰ ਸੁਖ ਧਾਮੂ। ਅਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਸੇਵਕ ਹਾਂ ਜੋ ਸੁੱਖਾਂ ਦਾ ਘਰ ਹੈ। ਸੁਣ ਕਰ ਨਾਨੂ ਸ਼੍ਰੋਣ ਮਝਾਰਾ। ਕੰਨਾਂ ਦੇ ਵਿੱਚ ਜਦੋਂ ਸ਼ਬਦ ਸੁਣੇ ਨੇ ਨਾ ਕਿ ਇਹ ਅਸਲ ਨਾਨਕ ਹੈ, ਨਿਜ ਸੰਗਨ ਸੋ ਬਚਨ ਉਚਾਰਾ। ਤੇ ਆਪਣੇ ਸਾਥੀਆਂ ਤਾਈਂ ਬਚਨ ਕਹਿਣ ਲੱਗਾ ਹੈ। ਲਿਖਿਓ ਭਵਿੱਖਤ ਮਹਿ ਇਤਿਹਾਸੂ। ਕਿ ਜਿਹੜੇ ਵਿਆਸ ਰਿਸ਼ੀ ਨੇ 18 ਪੁਰਾਣ ਲਿਖੇ ਨੇ, ਉਹਨਾਂ ਵਿੱਚ ਇੱਕ ਭਵਿੱਖਤ ਪੁਰਾਣ ਹੈ ਤੇ ਉਹਦੇ ਵਿੱਚ ਇਹਨਾਂ ਦਾ ਇਤਿਹਾਸ ਲਿਖਿਆ ਹੈ। ਸ੍ਰੀ ਨਾਨਕ ਅਵਤਾਰ ਪ੍ਰਕਾਸ਼ੂ। ਭਵਿੱਖਤ ਪੁਰਾਣ ਦੇ ਵਿੱਚ 26 ਸ਼ਲੋਕ ਵਿਆਸ ਰਿਸ਼ੀ ਨੇ ਗੁਰੂ ਨਾਨਕ ਦੇਵ ਜੀਆਂ ਦੇ ਆਉਣ ਬਾਰੇ ਲਿਖੇ ਨੇ ਕਿ ਗੁਰੂ ਨਾਨਕ ਦੇਵ ਜੀ ਕਲਯੁਗ ਦੇ ਭਿਆਨਕ ਸਮੇਂ ਅੰਦਰ ਅਵਤਾਰੀ ਪੁਰਸ਼ ਆਉਣਗੇ ਜੀ। ਜਾਂ ਤੇ ਮੈਂ ਨਿਜ ਨਾਮ ਧਰਾਵਾ। ਕਹਿੰਦੇ ਉਹ ਭਵਿੱਖਤ ਪੁਰਾਣ ਨੂੰ ਪੜ੍ਹ ਕਰਕੇ ਪੰਡਤ ਕਹਿਣ ਲੱਗਾ, ਕਹਿੰਦਾ ਮੈਂ ਆਪਣਾ ਨਾਮ ਵੀ ਜਾਣ ਕੇ ਨਾਨਕ ਰੱਖਿਆ ਸੀ। ਵਿਦਿਆ ਬਲ ਜੀਤੀ ਸਭ ਥਾਵਾ। ਮੈਂ ਵਿਦਿਆ ਤਾਂ ਪਹਿਲਾਂ ਹੀ ਬੜੀ ਪੜ੍ਹੀ ਹੋਈ ਸੀ, ਨਾਨਕ ਨਾਮ ਵੀ ਰੱਖ ਲਿਆ, ਇਸ ਲਈ ਬੜੇ ਥਾਵਾਂ ਨੂੰ ਜਿੱਤਿਆ ਸੀ। ਸੋ ਮੈਨ ਹੈ ਅਬ ਇਹ ਪ੍ਰਗਟਾਏ। ਹੱਥ ਜੋੜ ਕੇ ਕਹਿਣ ਲੱਗਾ ਹੈ ਵਿਦਵਾਨ ਪੰਡਤੋ, ਉਹ ਨਾਨਕ ਮੈਂ ਨਹੀਂ, ਉਹ ਇਹ ਹੈ। ਜਗਤ ਉਦਾਹਰਨ ਕਹਿਤ ਆਏ। ਇਹੀ ਸੰਸਾਰ ਦਾ ਭਲਾ ਕਰਨ ਬਾਬਤ ਆਏ ਨੇ। ਜਿਨਕੇ ਬਚਨ ਅਤੋਲ ਅਡੋਲਾ। ਜਿਨ੍ਹਾਂ ਦੇ ਐਸੇ ਬਚਨ ਨੇ ਜੋ ਤੁਲਨ ਤੋਂ ਰਹਿਤ, ਡੋਲਣ ਤੋਂ ਰਹਿਤ ਹਨ। ਕੌਣ ਸਕੈ ਇਨ ਸਨਮੁਖ ਬੋਲਾ। ਕੌਣ ਇਹਨਾਂ ਦੇ ਨਾਲ ਵਿਚਾਰ ਚਰਚਾ ਇਹਨਾਂ ਦੇ ਬਰਾਬਰ ਬੋਲ ਸਕਦਾ ਹੈ। ਜੋ ਸੁਨ ਹੈ ਇਨ ਕੋ ਉਪਦੇਸਾ। ਤੇ ਜਿਹੜੇ ਜਿਹੜੇ ਪ੍ਰੇਮ ਧਾਰਨ ਕਰਕੇ ਸਰੋਤਾ ਜਨ ਇਹਨਾਂ ਦਾ ਉਪਦੇਸ਼ ਸੁਣਨਗੇ। ਉਦਰਹਿ ਸੇ ਤਜ ਜਗਤ ਕਲੇਸਾ। ਸਾਰੇ ਜੋ ਸੰਸਾਰ ਦੇ ਕਲੇਸ਼ ਰੋਗ ਦੁੱਖ ਹਨ ਉਤਰ ਜਾਣਗੇ। ਆਸ ਕਹਿ ਸਭਨ ਬੰਦਨਾ ਕੀਨੀ। ਏਦਾਂ ਸੁਣ ਕਰਕੇ ਨਾਨੋ ਪੰਡਤ ਕੋਲੋਂ ਸਾਰਿਆਂ ਪੰਡਤਾਂ ਸੰਨਿਆਸੀਆਂ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ। ਚਰਨ ਪ੍ਰੇਮ ਮਹਿ ਮਤ ਜਨ ਭੀਨੀ। ਜਿਨ੍ਹਾਂ ਦੀ ਸਤਿਗੁਰਾਂ ਦੇ ਚਰਨਾਂ ਦੇ ਪ੍ਰੇਮ ਵਿੱਚ ਮਤ ਭਿੱਜ ਚੁੱਕੀ ਹੈ। ਬਿਨੈ ਕਰੀ ਬਹੁ ਭਾਂਤ ਸੁਹਾਵਨ। ਇਸ ਪ੍ਰਕਾਰ ਬੜੀ ਸੋਭ ਨੇਕ ਸਤਿਗੁਰਾਂ ਦੇ ਚਰਨਾਂ ਤੇ ਬੰਦਨ ਕੀਤੀ ਹੈ, ਬੇਨਤੀਆਂ ਕਰਦੇ ਨੇ। ਆਪਣੀ ਖਤਾ ਕੇਰ ਬਖਸ਼ਾਵਨ। ਕਹਿਣ ਲੱਗੇ ਮਹਾਰਾਜ ਅਸੀਂ ਭੁੱਲੇ ਹੋਏ ਸੀ, ਅਸੀਂ ਭੁਲੇਖੇ ਵਿੱਚ ਆਪ ਜੀਆਂ ਦੀ ਬਾਬਤ ਡੰਡੇ ਡਾਂਗਾ ਲੈ ਕੇ ਆਏ, ਵਿਚਾਰ ਚਰਚਾ ਕੀਤੀ ਹੈ। हे ਪ੍ਰਭ ਹਮਨੇ ਗਤ ਨ ਜਾਨੀ। ਮਹਾਰਾਜ ਤੁਸੀਂ ਪੂਰਨ ਅਵਤਾਰ ਪਰਮੇਸ਼ਰ ਹੋ, ਅਸੀਂ ਜਾਣਿਆ ਨਹੀਂ। ਤੂੰ ਅਵਤਰਿਓ ਸੰਤ ਗੁਣ ਖਾਨੀ। ਮਹਾਰਾਜ ਆਪ ਜੀ ਤਾਂ ਸੰਤ ਹੋ, ਗੁਣਾ ਦੀ ਖਾਨ ਹੋ। ਜੋ ਜਗ ਬੜੇ ਅਚਾਰਜ ਹੋਵਹੇ। ਪਰ ਮਹਾਰਾਜ ਜਿਹੜੇ ਪੂਰਨ ਮਹਾਂਪੁਰਖ ਹੁੰਦੇ ਨੇ, ਸੋ ਪੂਰਬ ਬਲੀ ਰੀਤ ਨਾ ਖੋਵਹੇ। ਮਹਾਰਾਜ ਜਿਹੜੀ ਪਹਿਲਾਂ ਤੋਂ ਚੱਲੀ ਆਉਂਦੀ ਪਵਿੱਤਰ ਮਰਿਆਦਾ ਉਹ ਕਦੇ ਵੀ ਤੋੜਦੇ ਨਹੀਂ, ਪਰ ਆਪ ਜੀਆਂ ਨੇ ਕਿਉਂ ਤੋੜੀ। ਐਸੇ ਪਵਿੱਤਰ ਅਸਥਾਨ ਦੇ ਉੱਪਰ ਆ ਕਰਕੇ
ਆਪ ਜੀਆਂ ਨੇ ਹਿਰਨ ਦਾ ਮਾਸ ਰੰਨਿਆ ਪਵਿੱਤਰਤਾ ਭੰਗ ਕੀਤੀ। ਜਿਹੜੇ ਮਹਾਂਪੁਰਖ ਸਤਿਪੁਰਸ਼ ਹੁੰਦੇ ਨੇ ਉਹ ਕਿਸੇ ਵੀ ਧਰਮ ਦੀ ਮਰਿਆਦਾ ਨੂੰ ਠੇਸ ਨਹੀਂ ਪਹੁੰਚਾਉਂਦੇ। ਪੂਰਬ ਦਿਵਸ ਮਹਿ ਮਾਸ ਆਹਾਰਾ। ਮਹਾਰਾਜ ਜਦੋਂ ਸੂਰਜ ਨੂੰ ਗ੍ਰਹਿਣ ਲੱਗਿਆ ਹੋਵੇ ਅਸੀਂ ਪੁੰਨ ਦਾਨ ਦਾ ਸਮਾਂ ਸਮਝਦੇ ਹਾਂ, ਪਰ ਆਪ ਜੀਆਂ ਨੇ ਮਾਸ ਕਿਉਂ ਰੰਨਿਆ? ਖਾਨ ਪੁਰਾਨ ਨ ਕਿਸੇ ਉਚਾਰਾ। ਮਹਾਰਾਜ ਐਸਾ ਤਾਂ ਕਿਸੇ ਵੀ ਪੁਰਾਣ ਦੇ ਅੰਦਰ ਵੇਦ ਸ਼ਾਸਤਰਾਂ ਅੰਦਰ ਨਹੀਂ ਲਿਖਿਆ ਕਿ ਕਿਤੇ ਜਾ ਕੇ ਕਿਸੇ ਦੀ ਪਵਿੱਤਰਤਾ ਭੰਗ ਕਰੋ ਜੀ। ਜਾਂ ਤੇ ਹਮ ਤੁਮ ਸੋ ਕਛ ਭਾਖਾ। ਮਹਾਰਾਜ ਜੋ ਅਸੀਂ ਆਪ ਜੀਆਂ ਤਾਈਂ ਕੌੜੇ ਬੋਲ ਬੋਲੇ ਨੇ क्षमा करो अब हमने लाखा। ਮਹਾਰਾਜ ਸਾਡੇ ਬੋਲਿਆਂ ਬੋਲਾਂ ਦੀ ਸਾਨੂੰ ਮਾਫੀ ਦੇ ਦਿਓ, ਪਰ ਇਸ ਗੱਲ ਦਾ ਜਵਾਬ ਵੀ ਜ਼ਰੂਰ ਦਿਓ। ਤੁਸੀਂ ਸਾਡੇ ਪਵਿੱਤਰ ਅਸਥਾਨ ਤੇ ਆ ਕੇ ਮਾਸ ਰੰਨਿਆ ਪਵਿੱਤਰਤਾ ਭੰਗ ਕਿਉਂ ਕੀਤੀ? सुन कर बोले गुणी कहीरा। ਉਹਨਾਂ ਦੇ ਐਸੇ ਵਚਨ ਸੁਣ ਕਰਕੇ ਮਹਾਰਾਜ ਗੁਰੂ ਨਾਨਕ ਦੇਵ ਜੀ ਬੋਲੇ ਨੇ हम तो तरी देख मह खीरा। ਮਹਾਰਾਜ ਕਹਿੰਦੇ ਭਾਈ ਅਸੀਂ ਤਾਂ ਮਾਸ ਨਹੀਂ ਰੰਨਿਆ, ਅਸੀਂ ਤਾਂ ਇਸ ਦੇ ਕੇ ਇਸ ਭਾਂਡੇ ਅੰਦਰ ਖੀਰ ਬਣਾ ਰਹੇ ਹਾਂ। बहुती तेन चुआए मंगाई। ਦੇਖੋ ਕਿੰਨੀਆਂ ਗਾਵਾਂ ਦਾ ਦੁੱਧ ਅਸੀਂ ਚੁਆ ਕਰਕੇ ਮੰਗਵਾਇਆ ਹੈ। रीत है पायस को थाई। ਤੇ ਇਸ ਦੁੱਧ ਨੂੰ ਰਿੰਨ ਕਰਕੇ ਇਸ ਵਿੱਚ ਚੌਲ ਪਾਉਣੇ ਕੀਤੇ ਨੇ। बिमल भयो रब लिए जो ग्राही। ਤੇ ਇਸ ਪ੍ਰਕਾਰ ਤੁਸੀਂ ਸੂਰਜ ਵੱਲੀ ਵੀ ਧਿਆਨ ਮਾਰੋ, ਜਿਹੜਾ ਰਾਹੂ ਦਾ ਗ੍ਰਹਿਣ ਸੀ ਉਹ ਦੂਰ ਹਟਿਆ ਹੈ। ਸੂਰਜ ਦਾ ਗ੍ਰਹਿਣ ਮਿਟ ਚੁੱਕਿਆ ਹੈ, ਸੂਰਜ ਉਜਲ ਨਿਕਲਿਆ ਹੈ। आप सब भोजन करो यहाँ ही। ਤੇ ਸਾਡੇ ਕੋਲ ਬੈਠਿਆਂ ਨੂੰ ਤੁਹਾਨੂੰ ਵਧੇਰੇ ਸਮਾਂ ਹੋਇਆ, ਭੁੱਖ ਲੱਗੀ ਹੋਵੇਗੀ। ਹੁਣ ਭੋਜਨ ਸਾਡੇ ਵੱਲੋਂ ਸਾਡੇ ਕੋਲੋਂ ਹੀ ਛਕ ਕੇ ਜਾਇਓ ਜੀ। ढिग बसाए पंकत करवाई। ਗੁਰੂ ਨਾਨਕ ਦੇਵ ਜੀਆਂ ਨੇ ਸਾਰੇ ਬ੍ਰਾਹਮਣ ਲੋਕਾਂ ਸੰਨਿਆਸੀ ਲੋਕਾਂ ਨੂੰ ਆਪਣੇ ਕੋਲ ਬਿਠਾਇਆ, ਪੰਗਤ ਲਵਾਈ ਹੈ। नृप सत सह पायस ਤੇ वरताई। ਇਸ ਪ੍ਰਕਾਰ ਜਿਹੜਾ ਰਾਜੇ ਦਾ ਪੁੱਤਰ ਹੈ ਨਾ, ਜੋ ਆਪਣੀ ਮਾਤਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਪਾਸ ਆਇਆ ਹੈ ਬੇਨਤੀਆਂ ਕਰਨ ਵਾਸਤੇ, ਸਤਿਗੁਰਾਂ ਨੇ ਉਹਨੂੰ ਹੁਕਮ ਦਿੱਤਾ ਕਿ ਭਾਈ ਤੁਸੀਂ ਵੀ ਵਰਤਾਉਣਾ ਕਰੋ ਜਾਂ ਤੁਸੀਂ ਵੀ ਪੰਗਤ ਵਿੱਚ ਬੈਠ ਕੇ ਛਕਣਾ ਕਰੋ। ਤੇ ਜਿਹੜੇ ਬ੍ਰਾਹਮਣ ਲੋਕਾਂ ਨੇ ਆਪਣੇ ਅੱਖੀਂ ਵੇਖਿਆ ਸੀ ਹਿਰਨ ਲਿਆਂਦਾ, ਹਿਰਨ ਵੱਢਦੇ, ਹਿਰਨ ਧੋਂਦੇ ਔਰ ਚੁੱਲ੍ਹੇ ਤੇ ਚੜਾਉਂਦੇ, ਉਹ ਬੜੇ ਹੈਰਾਨ ਨੇ ਕਿ ਇਸ ਪ੍ਰਕਾਰ ਇਹ ਕਹਿ ਰਹੇ ਨੇ ਅਸੀਂ ਖੀਰ ਧਰੀ ਤੇ ਅਸੀਂ ਤਾਂ ਆਪਣੇ ਅੱਖੀਂ ਮਾਸ ਰਿੰਨਦੇ ਵੇਖੇ ਨੇ। ਉਹ ਬੜੇ ਹੈਰਾਨ ਹਨ। हर जन सुखल मान बिदारू। ਭਾਈ ਬਾਲਾ ਜੀ ਕਹਿੰਦੇ ਦਰਅਸਲ ਗੁਰੂ ਨਾਨਕ ਦੇਵ ਜੀਆਂ ਦਾ ਸੁਭਾਅ ਹੈ, ਜਿਹੜੇ ਉਹਨਾਂ ਦੇ ਚਰਨਾਂ ਦੇ ਨਾਲ ਪ੍ਰੇਮ ਕਰਦੇ ਨੇ, ਸਤਿਗੁਰੂ ਜੀ ਉਹਨਾਂ ਤਾਈਂ ਸੁਖ ਬਖਸ਼ਦੇ ਨੇ। ਤੇ ਜਿਹੜੇ ਹੰਕਾਰੀ ਲੋਕ ਨੇ ਉਹਨਾਂ ਦਾ ਹੰਕਾਰ ਤੋੜਦੇ ਨੇ। श्रीमुख पूछत बार सो बारू। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀਆਂ ਨੇ ਕੁਰੂਕਸ਼ੇਤਰ ਦੀ ਧਰਤੀ ਤੇ ਆਪ ਬਾਲਟੀ ਚੱਕੀ ਹੈ, ਆਪ ਖੀਰ ਵਰਤਾਉਣੀ ਕੀਤੀ ਹੈ, ਕੱਲੇ ਕੱਲੇ ਨੂੰ ਪੁੱਛ ਕੇ। खीर मुनीसर और द्वे जिंदू। ਜਿੰਨੇ ਵੀ ਰਿਸ਼ੀ ਹਨ, ਮੁਨੀ ਹਨ ਔਰ ਬ੍ਰਾਹਮਣ ਹਨ, सौदागर तर कहत आनंदू। ਅਤੇ ਜਿਹੜੇ ਉਸ ਯਾਤਰਾ ਤੇ ਆਉਣ ਜਾਣ ਵਾਲੇ ਰਾਹੀ ਵਪਾਰੀ ਲੋਕ ਨੇ, ਇਸ ਪ੍ਰਕਾਰ ਉਹ ਵੀ ਪੰਗਤ ਵਿੱਚ ਬਿਰਾਜੇ ਨੇ। पायस देख हृदय ਤੇ समाए। ਗੁਰੂ ਨਾਨਕ ਦੇਵ ਜੀਆਂ ਨੇ ਜਦੋਂ ਬਾਲਟੀ ਦੇ ਵਿੱਚੋਂ ਕੜਛੀ ਭਰ ਕਰਕੇ ਬਾਹਰ ਕੱਢੀ ਹੈ, ਜਿਹੜੇ ਮਾਸ ਦਾ ਰੌਲਾ ਪਾਉਂਦੇ ਸਨ, ਐਸੀ ਕਰਾਮਾਤ ਸਤਿਗੁਰਾਂ ਨੇ ਦਿਖਾਈ ਹੈ। ਮਾਸ ਨੂੰ ਖੀਰ ਵਿੱਚ ਤਬਦੀਲ ਕਰ ਦਿੱਤਾ ਹੈ। ਰਿੰਨਿਆ ਹਿਰਨ ਹੈ ਤੇ ਨਿਕਲੀ ਖੀਰ ਹੈ, ਐਸੀ ਸਤਿਗੁਰਾਂ ਦੀ ਬੜੀ ਸ਼ਕਤੀ ਹੈ। ਤੇ ਮਹਾਰਾਜੀਆਂ ਨੇ ਜਦੋਂ ਕੜਛੀ ਭਰ ਕੇ ਦੁੱਧ ਦੀ ਬਣੀ ਖੀਰ ਦੀ ਬਾਹਰ ਕੱਢੀ, ਸਾਰੇ ਬੜੇ ਹੈਰਾਨ ਹੋਏ ਨੇ। द्विज सन्यासी सब तृप्ताए। ਸਾਰੇ ਬ੍ਰਾਹਮਣ ਲੋਕ ਸੰਨਿਆਸੀ ਲੋਕ ਰੱਜ ਕੇ ਛਕ ਰਹੇ ਨੇ, ਤ੍ਰਿਪਤ ਹੋਏ ਨੇ। दयो अनेकन केर ਤੇ आहारे। ਗੁਰੂ ਨਾਨਕ ਦੇਵ ਜੀਆਂ ਨੇ ਕਹਿਣਾ ਕੀਤਾ ਹੈ ਭਾਈ ਆਪ ਵੀ ਛਕ ਲਵੋ, ਆਪਣਿਆਂ ਘਰਾਂ ਨੂੰ ਜਾਂ ਜੋ ਹੋਰ ਤੁਹਾਡੇ ਸੰਗੀ ਸਾਥੀ ਇਸ ਪਵਿੱਤਰ ਅਸਥਾਨ ਤੇ ਆਏ ਨੇ
ਉਹਨਾਂ ਵਾਸਤੇ ਵੀ ਛਕਣ ਨੂੰ ਲਿਜਾ ਸਕਦੇ ਹੋ। ਭਾ ਅਤੋਟ ਅਚਾਰਜ ਉਰ ਧਾਰੇ। ਇਹ ਪਰਮੇਸ਼ਰ ਦੀ ਕਿਰਪਾ ਦਾ ਭੰਡਾਰਾ, ਇਹ ਕਦੇ ਵੀ ਇਸ ਵਿੱਚ ਤੋਟ ਨਹੀਂ ਆਵੇਗੀ, ਕਦੇ ਵੀ ਘਟੇਗਾ ਨਹੀਂ। ਤਹਿ ਸਿਨ ਨਾਨੂ ਪੰਡਤ ਜੋ। ਇਸ ਪ੍ਰਕਾਰ ਐਸੀ ਕਰਾਮਾਤ ਵੇਖ ਕਰਕੇ ਜਿਹੜਾ ਨਾਨੂ ਨਾਮ ਦਾ ਪੰਡਤ ਹੈ, ਸਭ ਹਿਨ ਮੈਂ ਬਸ ਬੋਲਿਓ ਸੋ। ਤੇ ਸ਼ਖਸ ਕਾ ਕੇ ਪੰਡਤ ਵਿੱਚ ਖੜਾ ਹੋ ਕਰਕੇ ਸਾਰਿਆਂ ਆਪਣੇ ਸਾਥੀਆਂ ਤਾਈਂ ਬੇਨਤੀ ਕਰਨ ਲੱਗਾ ਹੈ। ਆਪਨ ਨਾਮ ਤੇ ਏਕ ਕਕਾਰਾ। ਕਿ ਮੈਂ ਬੜੀ ਵੱਡੀ ਜੀਵਨ ਅੰਦਰ ਭੁੱਲ ਕੀਤੀ ਹੈ, ਮੈਂ ਆਪਣਾ ਨਾਮ ਨਾਨਕ ਰੱਖਿਆ, ਤੇ ਹੁਣ ਮੈਂ ਇਹ ਬੇਨਤੀ ਕਰਦਾ ਹਾਂ, ਜੋ ਨਾਨਕ ਨਾਮ ਤਿੰਨਾਂ ਅੱਖਰਾਂ ਦਾ, ਦੋ ਨੰਨੇ ਹਨ ਤੇ ਇੱਕ ਕੱਕਾ ਹੈ, ਇਹ ਜੋ ਪਿਛਲਾ ਕੱਕਾ ਹੈ, ਅਬ ਤੇ ਮੈਂ ਕਰ ਦੀਨ ਨਿਵਾਰਾ। ਉਸ ਕੱਕੇ ਨੂੰ ਮੈਂ ਆਪਣੇ ਨਾਮ ਦੇ ਨਾਲੋਂ ਲਾਉਣ ਲੱਗਾ ਹਾਂ। ਨਾਨਕ ਤੇ ਨਾਨੂ ਮੋਹਿ ਕਹੀਏ। ਇਸ ਲਈ ਮੈਨੂੰ ਨਾਨਕ ਨਾ ਕਿਉ, ਅੱਜ ਤੋਂ ਬਾਅਦ ਮੈਨੂੰ ਨਾਨੂ ਪੰਡਤ ਕਹਿ ਕੇ ਬੁਲਾਇਓ ਜੀ। ਨਾਨਕ ਨਾਮ ਇਨਹੇ ਕੋ ਲਹੀਏ। ਤੇ ਜਿਹੜਾ ਨਾਨਕ ਨਾਮ ਉਹ ਇਸ ਪੂਰੇ ਸਤਿਗੁਰੂ ਦਾ ਹੈ, ਇਹਨਾਂ ਨੂੰ ਹੀ ਸੋਭਦਾ ਹੈ। ਇਸ ਪ੍ਰਕਾਰ ਕੀ ਮਹਿਮਾ ਗਾਈ। ਇਸ ਪ੍ਰਕਾਰ ਜਦੋਂ ਸਾਰਿਆਂ ਹੀ ਉਥੋਂ ਦੀਆਂ ਸੰਗਤਾਂ ਨੇ ਸਤਿਗੁਰਾਂ ਦੀ ਮਹਿਮਾ ਕੀਤੀ ਹੈ, ਸੁਣ ਕਰ ਸਭ ਹਿਨ ਕੇ ਮਨ ਭਾਈ। ਸਾਰਿਆਂ ਦੇ ਦਿਲਾਂ ਤਾਈਂ ਚੰਗੀ ਲੱਗੀ ਹੈ। ਪਦ ਪਾਹੁਲ ਬਹੁਤਨ ਤਬਲੀਨੀ। ਬਹੁਤਿਆਂ ਉਥੋਂ ਦੇ ਬ੍ਰਾਹਮਣ ਲੋਕਾਂ ਨੇ, ਸੰਨਿਆਸੀ ਲੋਕਾਂ ਨੇ ਸਤਿਗੁਰਾਂ ਦੇ ਚਰਨ ਪਹੁਲ ਪ੍ਰਾਪਤ ਕੀਤੀ ਹੈ। ਗੁਰਮਤਿ ਧਰੀ ਸਗਲ ਬਿਦ ਚੀਨੀ। ਬਹੁਤਿਆਂ ਨੇ ਗੁਰਸਿੱਖੀ ਧਾਰਨ ਕਰਕੇ ਗੁਰਮਤਿ ਦੇ ਰਸਤੇ ਚੱਲੇ ਨੇ। ਸ੍ਰੀ ਮੁਖ ਤੇ ਅਸ ਗਿਰਾ ਉਚਾਰੀ। ਤੇ ਸ਼੍ਰੋਮਣੀ ਮੁਖ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਬੋਲੇ ਨੇ। ਰਾਖੋ ਧਰਮ ਵਰਨ ਅਨੁਸਾਰੀ। ਮਹਾਰਾਜ ਕਹਿੰਦੇ ਭਾਈ ਤੁਸੀਂ ਜਿਸ ਜਿਸ ਧਰਮ ਵਿੱਚ ਵੀ ਜੰਮੇ ਹੋਣ, ਬਸ ਆਪੋ ਆਪਣਿਆਂ ਧਰਮਾਂ ਦੇ ਵਿੱਚ ਪਰਪੱਕ ਰਹੋ, ਪਖੰਡ ਨਾ ਕਰੋ। ਸਤਨਾਮ ਸਿਮਰੋ ਯਤ ਪ੍ਰੀਤੀ। ਤੇ ਜਿੰਨਾ ਸਮਾਂ ਸਰੀਰ ਵਿੱਚ ਸਵਾਸ ਚੱਲਦੇ ਨੇ, ਪ੍ਰੇਮ ਦੇ ਸਹਿਤ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਰਹੋ ਜੀ। ਵੰਡ ਖਾਹੋ ਭੋਜਨ ਸੁਬਰੀਤੀ। ਤੇ ਜਿਹੜਾ ਐਸਾ ਭੋਜਨ ਬਣਾਓ ਜਿਹੜਾ ਵੰਡ ਕੇ ਛਕ ਸਕੋ, ਐਸੀ ਪੰਗਤ ਲਾਓ ਜਿਸ ਵਿੱਚ ਸਾਰਿਆਂ ਨੂੰ ਇੱਕੋ ਤਰਫ ਭੋਜਨ ਛਕਾ ਸਕੋ ਤੁਸੀਂ। ਸਤਿਗੁਰ ਬਾਣੀ ਕੋ ਅਭਿਆਸਾ। ਤੇ ਜਿਹੜਾ ਵਾਹਿਗੁਰੂ ਦਾ ਨਾਮ ਹੈ, ਗੁਰੂ ਦੀ ਗੁਰਬਾਣੀ ਹੈ, ਉਸ ਨੂੰ ਜ਼ਰੂਰ ਪੜੋ, ਉਸ ਦਾ ਅਭਿਆਸ ਹਰ ਪਲ ਕਰੋ ਜੀ। ਕਰੋ ਸਦਾ ਹੋਵੇ ਗਿਆਨ ਪ੍ਰਕਾਸ਼ਾ। ਤੇ ਜਦੋਂ ਗੁਰਬਾਣੀ ਪੜੋਗੇ ਨਾ, ਪ੍ਰੇਮ ਦੇ ਸਹਿਤ ਅਭਿਆਸ ਕਰੋਗੇ, ਫਿਰ ਆਪਣੇ ਆਪ ਗਿਆਨ ਪ੍ਰਕਾਸ਼ ਹੋਵੇਗਾ। ਕੈਸਾ ਗਿਆਨ ਪ੍ਰਕਾਸ਼ ਹੋਵੇਗਾ ਕਿ ਸਾਡੇ ਛਕਣ ਵਾਸਤੇ ਪਰਮੇਸ਼ਰ ਨੇ ਅਨੇਕਾਂ ਫਲਾਂ ਦੇ ਵਿੱਚ ਮਿੱਠਾ ਰਸ ਭਰ ਦਿੱਤਾ, ਅਨੇਕਾਂ ਸਬਜ਼ੀਆਂ ਨੂੰ ਜਨਮ ਦੇ ਦਿੱਤਾ, ਤੇ ਫਿਰ ਅਸੀਂ ਪਰਾਏ ਮਾਸ ਨੂੰ ਕਿਉਂ ਖਾਈਏ? ਫਿਰ ਅਸੀਂ ਕਿਸੇ ਜੀਵ ਦੀ ਹੱਤਿਆ ਕਿਉਂ ਕਰੀਏ? ਜੋ ਮਨੁੱਖ ਦੀ ਖੁਰਾਕ ਹੈ ਉਹ ਹੀ ਖਾਈਏ। ਤੇ ਫਿਰ ਐਸਾ ਗਿਆਨ ਆਵੇਗਾ ਕਿ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਜਿਵੇਂ ਜਾਣਦੇ, ਜਿਵੇਂ ਵੇਖਦੇ ਹਨ, ਪਰ ਇਸਤਰੀ ਨੂੰ ਵੀ ਉਵੇਂ ਹੀ ਵੇਖੀਏ। ਜਦੋਂ ਸਾਡੀ ਧੀ ਭੈਣ ਕੋਲ ਦੀ ਲੰਘਦੀ ਹੈ ਤੇ ਅਸੀਂ ਨੀਵੀਂ ਪਾ ਲੈਂਦੇ ਹਾਂ, ਜਦੋਂ ਪਰਾਈ ਦੀ ਲੰਘਦੀ ਹੈ ਤੇ ਅੱਖਾਂ ਇਸ ਪ੍ਰਕਾਰ ਉਸ ਨੂੰ ਵੇਖਦੇ ਆ, ਤੇ ਲੰਘਣ ਜਾਣ ਤੋਂ ਬਾਅਦ ਵੀ ਘੰਟਾ ਘੰਟਾ ਉਸੇ ਵਿਸ਼ੇ ਤੇ ਗੱਲਾਂ ਹੁੰਦੀਆਂ, ਉਸੇ ਨੂੰ ਚਿਤਾਰਦੇ ਰਹਿੰਦੇ ਹਾਂ। ਇਸ ਪ੍ਰਕਾਰ ਆਪਣੀ ਕੋਈ ਗੱਲ ਨਾ ਕਰੇ ਔਰ ਪਰਾਏ ਦੀਆਂ ਗੱਲਾਂ ਕਰ ਕਰਕੇ ਸਵਾਦ ਲੈਂਦੇ। ਮਹਾਰਾਜ ਕਹਿੰਦੇ ਪਰਮੇਸ਼ਰ ਦੀ ਗਿਆਨੀ ਜਦੋਂ ਪ੍ਰੇਮ ਦੇ ਨਾਲ, ਧਿਆਨ ਦੇ ਨਾਲ ਪੜ੍ਹੋਗੇ ਨਾ, ਫਿਰ ਐਸਾ ਗਿਆਨ ਪੈਦਾ ਹੋਵੇਗਾ ਕਿ ਜੋ ਮੇਰੀ ਕਿਸਮਤ ਦਾ ਲਿਖਿਆ ਮੈਨੂੰ ਮਿਲ ਜਾਵੇਗਾ। ਪਰਾਏ ਦਾ ਹੱਕ ਕਿਉਂ ਮਾਰੀਏ, ਪਰਾਏ ਨੂੰ ਤੰਗ ਕਿਉਂ ਕਰੀਏ? ਤੇ ਜੇਕਰ ਕਿਸਮਤ ਵਿੱਚ ਨਹੀਂ ਲਿਖਿਆ, ਫਿਰ ਭਾਵੇਂ ਪੂਰਬ ਤੋਂ ਲੈ ਕੇ ਪੱਛਮ ਤੱਕ, ਫਿਰ ਭਾਵੇਂ ਉੱਤਰ ਤੋਂ ਲੈ ਕੇ ਦੱਖਣ ਤੱਕ ਦੌੜ ਲਾਈਏ, ਤੇ ਮਹਾਰਾਜ ਕਹਿੰਦੇ ਉਹ ਚੀਜ਼ ਪ੍ਰਾਪਤ ਨਹੀਂ ਹੋਵੇਗੀ। ਜੇਕਰ ਤੁਹਾਡੇ ਕਰਮਾਂ ਵਿੱਚ ਸੁੱਖ ਲਿਖਿਆ ਹੈ ਤੇ ਤੁਹਾਨੂੰ ਥੋੜੀਆਂ ਵਸਤੂਆਂ, ਥੋੜੇ ਪਦਾਰਥ ਤੋਂ ਵੀ ਉਹ ਸੁੱਖ ਪ੍ਰਾਪਤ ਹੋਵੇਗਾ। ਜੇਕਰ ਸੁੱਖ ਲਿਖਿਆ ਹੀ ਨਹੀਂ, ਫਿਰ ਭਾਵੇਂ ਸਾਰੇ ਨਗਰ ਦੇ ਵਿੱਚ ਅਸੀਂ ਇਸ ਪ੍ਰਕਾਰ ਪਰਾਏ ਦੇ ਹੱਕ ਮਾਰ ਲਈਏ ਤੇ ਕਦੇ ਵੀ ਸੁੱਖ ਪ੍ਰਾਪਤ ਨਹੀਂ ਹੋ ਸਕਦਾ।
ਕਿਉਂਕਿ ਜਿਹੜੀਆਂ ਪੈੜੀਆਂ ਜ਼ਮੀਨਾਂ ਹਨ, ਧਨ ਪਦਾਰਥ ਹਨ ਸੰਗਤ ਜੀ, ਇਹ ਸੁੱਖ ਨਹੀਂ ਦਿੰਦੇ। ਜਿਹੜਾ ਸੁੱਖ ਹੈ ਉਹ ਪਰਮੇਸ਼ਰ ਦੇ ਆਪ ਤੇ ਜਿਸ ਨੂੰ ਬਖਸ਼ੇ ਉਹ ਕੁਲੀਆਂ ਵਿੱਚ ਬੈਠਿਆਂ ਨੂੰ ਵੀ ਸੁੱਖ ਦੇ ਦਿੰਦਾ ਹੈ। ਤੇ ਜੇਕਰ ਕਿਸੇ ਦੀ ਕਿਸਮਤ ਵਿੱਚ ਸੁੱਖ ਨਹੀਂ ਲਿਖਿਆ, ਭਾਵੇਂ ਜਿੰਨੇ ਮਰਜ਼ੀ ਪਰਾਏ ਹੱਕ ਮਾਰ ਕੇ ਮਹਿਲ ਛੱਤ ਲਵੇ, ਉਸ ਨੂੰ ਸੁੱਖ ਪ੍ਰਾਪਤ ਨਹੀਂ ਹੋ ਸਕਦਾ। ਜਿਹੜਾ ਸੁੱਖ ਹੈ ਉਹ ਪਰਮੇਸ਼ਰ ਦੀ ਦੇਣ ਹੈ ਤੇ ਉਹ ਆਪਣੀ ਮਰਜ਼ੀ ਨਾਲ ਆਪਣੇ ਗੁਰਸਿੱਖਾਂ ਤੇ ਤੁੱਠ ਕਰਕੇ, ਆਪਣੇ ਭਗਤਾਂ ਤੇ ਤੁੱਠ ਕਰਕੇ ਦਿੰਦਾ ਹੈ। ਜੇਕਰ ਆਪਣੀ ਹੱਕ ਦੀ ਕਿਰਤ ਕਮਾਈ ਦੇ ਤੁਹਾਡੇ ਕੋਲ 500 1000 ਰੁਪਈਆ ਵੀ ਹੋਵੇਗਾ, ਉਹ ਵੀ ਤੁਹਾਡੇ ਕੋਲ ਟਿਕਿਆ ਰਹੇਗਾ, ਉਹ ਵੀ ਤੁਹਾਡਾ ਵਾਧੇ ਵਿੱਚ ਜਾਵੇਗਾ। ਪਰ ਜੇਕਰ ਪਰਾਏ ਹੱਕ ਮਾਰ ਮਾਰ ਕੇ ਲੱਖਾਂ ਕਰੋੜਾਂ ਜੋੜ ਲੈ, ਸਾਰੇ ਹੀ ਬਿਮਾਰੀਆਂ ਠਮਾਰੀਆਂ ਦੇ ਵਿੱਚ ਜਾਣ, ਸਾਰੇ ਹੀ ਇਸ ਪ੍ਰਕਾਰ ਥਾਣਿਆਂ ਕਚਹਿਰੀਆਂ ਦੇ ਵਿੱਚ ਲੱਗਣਗੇ। ਤੇ ਹੱਕ ਦੀ ਕਮਾਈ ਮਹਾਰਾਜ ਕਹਿੰਦੇ ਉਹੀ ਵੱਧਦੀ ਫਲਦੀ ਹੈ। ਹੱਕ ਦੀ ਕਮਾਈ ਵਗਦੇ ਜਲ ਵਰਗੀ ਹੁੰਦੀ ਹੈ ਸੰਗਤ। ਵਗਦਾ ਜਲ ਉਜਲ ਹੁੰਦਾ ਹੈ, ਨਿਰਮਲ ਹੁੰਦਾ ਹੈ, ਛਕਣ ਯੋਗ ਹੁੰਦਾ ਹੈ। ਤੇ ਪਰਾਏ ਹੱਕ ਦੀ ਕਮਾਈ ਹੈ ਜੋ ਖੜੇ ਪਾਣੀ ਵਰਗੀ, ਗੰਦੇ ਛੱਪੜ ਵਰਗੀ ਹੁੰਦੀ ਹੈ। ਤੇ ਗੰਦੇ ਛੱਪੜ ਦਾ ਜਿਹੜਾ ਪਾਣੀ ਮੁਸ਼ਕਿਆ ਹੁੰਦਾ ਹੈ, ਗੰਦੀ ਸਮੈਲ ਮਾਰਦੀ ਹੈ, ਕੀੜੇ ਵਿੱਚ ਜੀਵ ਜੰਤ ਫਿਰਦੇ ਨੇ, ਨਾ ਛਕਣ ਯੋਗ ਹੈ। ਤੇ ਜੇਕਰ ਕੋਈ ਛਕ ਲਵੇ ਐਸਾ ਗੰਦਾ ਜਲ, ਪਰਾਇਆ ਹੱਕ ਛਕ ਲਵੇ ਨਾ, ਰੋਗੀ ਹੁੰਦਾ ਹੈ, ਢਿੱਡ ਪੀੜ ਉੱਠਦੀ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ, ਜਦੋਂ ਪਰਮੇਸ਼ਰ ਦੀ ਗੁਰਬਾਣੀ, ਗੁਰ ਇਤਿਹਾਸ, ਕਥਾ ਕੀਰਤਨ ਪ੍ਰੇਮ ਧਾਰਨ ਕਰਕੇ ਸ਼ਰਵਣ ਕਰੋਗੇ ਨਾ, ਫਿਰ ਐਸਾ ਉਜਲ ਗਿਆਨ ਤੁਹਾਡੇ ਅੰਦਰ ਪੈਦਾ ਹੋਵੇਗਾ। ਇਸ ਪ੍ਰਕਾਰ ਕੋ ਸੁਨ ਉਪਦੇਸਾ। ਜਦੋਂ ਐਸਾ ਗੁਰੂ ਨਾਨਕ ਦੇਵ ਜੀਆਂ ਨੇ ਕੁਰੂਕਸ਼ੇਤਰ ਦੀ ਧਰਤੀ ਉੱਪਰ ਉਪਦੇਸ਼ ਦਿੱਤਾ ਹੈ। ਕਾਰ ਕਰ ਬੰਧਨ ਗੇਤ ਨਿਜ ਦੇਸਾ। ਸਾਰੇ ਜਿਹੜੇ ਬ੍ਰਾਹਮਣ ਲੋਕ, ਸੰਨਿਆਸੀ ਲੋਕ, ਯਾਤਰੂ ਲੋਕ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਆਪੋ ਆਪਣੇ ਘਰਾਂ ਨੂੰ ਮੁੜੇ ਨੇ। ਮਹਿਮਾ ਕਤ ਜਾਤ ਮਗਮਾਹੀ। ਤੇ ਰਸਤੇ ਵਿੱਚ ਜਾਂਦੇ ਵੀ ਸਤਿਗੁਰਾਂ ਦੇ ਗੁਣ ਗਾਉਂਦੇ ਨੇ ਜੀ। ਇਹ ਅਵਤਾਰ ਪ੍ਰਭੂ ਕੋ ਆਹੀ। ਇਹ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਐਸੇ ਬਚਨ ਕਰਦੇ ਨੇ। ਗੁਣ ਰਾਨੀ ਸੁਤ ਕੋ ਸੰਗ ਲੀਨੇ। ਤੇ ਜਦੋਂ ਭੀੜ ਘਟੀ ਹੈ, ਫਿਰ ਜੋ ਰਾਣੀ ਆਪਣੇ ਪੁੱਤਰ ਨੂੰ ਲੈ ਕੇ ਆਈ ਸੀ ਨਾ, ਜਿਸ ਦਾ ਰਾਜਾ ਮਾਰ ਦਿੱਤਾ, ਰਾਜ ਭਾਗ ਪਰਾਏ ਰਾਜਿਆਂ ਨੇ ਦੱਬ ਲਿਆ ਸੀ, ਫਿਰ ਉਹ ਸਤਿਗੁਰਾਂ ਦੇ ਚਰਨਾਂ ਪਾਸ ਆਈ ਹੈ। ਆਨ ਚਰਨ ਪਰ ਬੰਧਨ ਕੀਨੇ। ਸਤਿਗੁਰਾਂ ਦੇ ਚਰਨਾਂ ਤੇ ਆ ਕਰਕੇ ਮਾਂ ਪੁੱਤਰ ਨੇ ਨਮਸਕਾਰ ਕੀਤੀ ਹੈ। ਤਨ ਬਿਲੋਕ ਬੋਲੇ ਜਗਤੇਸਾ। ਉਹਨਾਂ ਤਾਈਂ ਵੇਖ ਕਰਕੇ ਗੁਰੂ ਨਾਨਕ ਦੇਵ ਜੀ ਬੋਲੇ ਨੇ, ਅਬ ਤੁਮ ਜਾਹੋ ਆਪਣੇ ਦੇਸਾ। ਹੁਣ ਤੁਸੀਂ ਆਪਣੇ ਦੇਸ਼ ਮੁੜ ਜਾਓ। ਕੁਰੂਕਸ਼ੇਤਰ ਦੀ ਧਰਤੀ ਉੱਪਰ ਸਤਿਗੁਰਾਂ ਦੇ ਚਰਨਾਂ ਪਾਸ ਆਏ ਸਨ, ਪਰ ਉਹਨਾਂ ਦਾ ਜੋ ਅਸਲ ਨਗਰ ਬਿਹਾਰ ਦੇ ਅੰਦਰ ਪਟਨਾ ਸਾਹਿਬ ਸੀ, ਪਟਨਾ ਸੀ। ਇਸ ਪ੍ਰਕਾਰ ਮਹਾਰਾਜ ਕਹਿੰਦੇ, ਭਾਈ ਹੁਣ ਤੁਸੀਂ ਪਟਨੇ ਵਾਪਸ ਮੁੜ ਜਾਵੋ। ਸਨਮੁਖ ਹਵੈ ਕਰ ਕਰਹੁ ਲਰਾਈ। ਤੇ ਰਾਣੀ ਦੇ ਪੁੱਤਰ ਤਾਈ ਮਹਾਰਾਜ ਜੀਆਂ ਨੇ ਉਪਦੇਸ਼ ਦਿੱਤਾ ਹੈ ਕਿ ਜਿਹੜਾ ਰਾਜੇ ਨੇ ਤੇਰਾ ਰਾਜ ਦੱਬਿਆ ਹੈ ਨਾ, ਤੇਰਾ ਹੱਕ ਮਾਰਿਆ ਹੈ, ਉਹਦੇ ਸਨਮੁਖ ਹੋ ਕੇ ਜੰਗ ਲੜ, ਉਹਦੇ ਮੂਹਰੇ ਖੜ ਕੇ ਜੰਗ ਲੜੋ ਜੀ। ਨਹਿ ਠਹਿਰੇ ਅਰ ਜਾਹੇ ਪਲਾਈ। ਤੇ ਸਾਡਾ ਆਸ਼ੀਰਵਾਦ, ਸਾਡੇ ਵਚਨ ਤੁਹਾਡੇ ਨਾਲ ਹੈ, ਉਹ ਤੁਹਾਡੇ ਸਾਹਮਣੇ ਟਿਕ ਨਹੀਂ ਸਕਣਗੇ, ਉਹ ਦੌੜ ਜਾਣਗੇ। ਸਰਬ ਰਾਜ ਤੁਮ ਆਪਣਾ ਲੀਜੈ। ਤੇ ਪਟਨੇ ਦੇ ਵਿੱਚ ਜਿਹੜੇ ਤੇਰੇ ਪਿਤਾ ਦਾ ਰਾਜ ਸੀ, ਸਾਰਾ ਵਾਪਸ ਲੈਣਾ ਕਰੋ। ਸਤਨਾਮ ਕੋ ਨਾ ਜਾਪ ਜਪੀਜੈ। ਤੇ ਤਖਤ ਤੇ ਬੈਠ ਕਰਕੇ ਕਦੇ ਵੀ ਪਰਮੇਸ਼ਰ ਨੂੰ ਨਾ ਭੁੱਲਿਓ। ਤਖਤ ਤੇ ਬੈਠ ਕਰਕੇ ਵੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਿਓ ਜੀ। ਸੁਣ ਰਚਾਏ ਨਿਜ ਸਿਰ ਪਰ ਧਰ ਕੇ। ਸਤਿਗੁਰਾਂ ਦੇ ਬਚਨ, ਸਤ ਬਚਨ, ਸੱਚ ਬਚਨ ਕਹਿ ਕਰਕੇ ਸਿਰ ਮੱਥੇ ਮੰਨੇ ਨੇ। ਗਮਨੇ ਛਿਪਰ ਹਰਖ ਉਰ ਭਰ ਕੇ। ਛੇਤੀ ਰਾਣੀ ਔਰ ਰਾਣੀ ਦਾ ਪੁੱਤਰ ਬੜਾ ਪ੍ਰਸੰਨ ਹੋ ਕਰਕੇ ਪਟਨੇ ਨੂੰ ਮੁੜੇ ਨੇ। ਕਹੂੰ ਕਹੂੰ ਤੇ ਸੈਨ ਬਟੋਰੀ। ਜਿੱਥੇ ਜਿੱਥੇ ਉਹਨਾਂ ਦੇ ਸਾਥੀ ਸੰਬੰਧੀ ਰਹਿੰਦੇ ਸਨ, ਆਪਣੀ ਸਾਰੀ ਸੈਨਾ ਉਹਨਾਂ ਨੇ ਇਕੱਠੀ ਕੀਤੀ ਹੈ। ਪਹੁੰਚੇ ਆਪਣੇ ਦੇਸ ਬਹੋਰੀ।
ਤੇ ਮੁੜ ਕਰਕੇ ਆਪਣੇ ਦੇਸ਼ ਵਾਪਸ ਆਏ ਪਟਨੇ ਪਹੁੰਚੇ ਨੇ। ਸੰਗਤ ਫੰਗੇ ਜੰਗ ਮਚਾਇਓ। ਤੇ ਭਾਈ ਬਾਲਾ ਜੀ ਕਹਿੰਦੇ ਫਿਰ ਪਟਨੇ ਵਿੱਚ ਜਾ ਕਰਕੇ ਰਾਣੀ ਦੇ ਪੁੱਤਰ ਨੇ ਬੰਦੂਕਾਂ ਦਾ ਆਸਰਾ ਲੈ ਕਰਕੇ ਐਸਾ ਯੁੱਧ ਲੜਿਆ ਹੈ। ਬਹੁਤ ਸਾਰਸੋ ਸਾਰ ਬਜਾਇਓ। ਐਸਾ ਲੋਹੇ ਦੇ ਨਾਲ ਲੋਹਾ ਖੜਕਾਇਆ ਹੈ। ਪ੍ਰਬਲ ਲੋਹ ਇਨਕੋ ਪਾ ਐਸੇ। ਐਸਾ ਭਾਰੀ ਜੰਗ ਭਾਈ ਬਾਲਾ ਜੀ ਕਹਿੰਦੇ ਪਟਨੇ ਵਿੱਚ ਮਚਿਆ ਹੈ। ਆਗੇ ਠਹਿਰ ਸਕੈ ਨਹਿ ਕੈਸੇ। ਤੇ ਉਹਨਾਂ ਦੇ ਵਿਰੋਧੀ ਉਹਨਾਂ ਦੇ ਅੱਗੇ ਟਿਕ ਨਹੀਂ ਸਕੇ। ਮਾਰ ਮਾਰ ਪਟ ਧਰਨੀ ਗਿਰਾਏ। ਵੱਡੇ ਵੱਡੇ ਯੋਧਿਆਂ ਦੇ ਫੈਰ ਮਾਰੇ ਨੇ ਉਹਨਾਂ ਨੂੰ ਧਰਤੀ ਤੇ ਸੁੱਟਿਆ ਹੈ। ਰਿਪ ਦੇਖੇ ਜਨ ਜਮ ਇਹ ਤੇ ਆਏ। ਜਿਹੜਾ ਵਿਰੋਧੀ ਰਾਜਾ ਤਖਤ ਤੇ ਬੈਠਾ ਵੇਖ ਰਿਹਾ ਹੈ ਇਦਾਂ ਜਾਪਦਾ ਹੈ ਜੰਗ ਦੇ ਮੈਦਾਨ ਵਿੱਚ ਜੰਮ ਉੱਤਰ ਆਏ ਨੇ। ਸਾਰੇ ਹੀ ਸਾਡੀ ਮੌਤ ਤੁਰੀ ਫਿਰਦੀ ਹੈ। ਸਨਮੁਖ ਜਬ ਅਸ ਕੀਨ ਲੜਾਈ। ਐਸੀ ਜਦੋਂ ਸਨਮੁਖ ਹੋ ਕਰਕੇ ਯੋਧਿਆਂ ਨੇ ਲੜਾਈ ਲੜੀ ਹੈ। ਗੁਰਬਰ ਤੇ ਸਭ ਸਤਰ ਭਲਾਈ। ਤੇ ਗੁਰੂ ਦੇ ਬਚਨ ਸੱਚ ਹੋਏ ਨੇ। ਜਿਹੜੇ ਵਿਰੋਧੀ ਰਾਜੇ ਦੌੜ ਗਏ ਨੇ ਰਾਜ ਭਾਗ ਛੱਡ ਗਏ ਨੇ। ਲੀਨੋ ਸਰਬ ਜਾਏ ਨਿਜ ਦੇਸਾ। ਤੇ ਇਸ ਪ੍ਰਕਾਰ ਉਸ ਦੁਖੀ ਰਾਣੀ ਨੇ ਤੇ ਉਸ ਗਰੀਬ ਰਾਣੀ ਦੇ ਪੁੱਤਰ ਨੇ ਜਾ ਕਰਕੇ ਰਾਜ ਭਾਗ ਸੰਭਿਆ ਹੈ। ਕਤ ਭਇਓ ਸੋ ਰਾਜ ਨਰੇਸਾ। ਤੇ ਐਸਾ ਰਾਜਿਆਂ ਵਰਗਾ ਰਾਜ ਆਪਣੇ ਪਿਤਾ ਵਾਲਾ ਰਾਜ ਹੁਣ ਪੁੱਤਰ ਕਰਦਾ ਹੈ। ਪਟਨੇ ਨਗਰ ਬਿਖੈ ਰਜਧਾਨੀ। ਐਸੀ ਜੋ ਪਟਨੇ ਨਗਰ ਦੀ ਰਾਜਧਾਨੀ ਹੈ। ਰਹਿਤ ਭਇਓ ਗੁਰ ਮਹਿਮਾ ਜਾਨੀ। ਸਾਰੇ ਪਟਨੇ ਦੇ ਅੰਦਰ ਗੁਰੂ ਨਾਨਕ ਦੇਵ ਜੀਆਂ ਦੀ ਮਹਿਮਾ ਵਡਿਆਈ ਹੋਈ ਹੈ। ਸ੍ਰੀ ਅੰਗਦ ਜੀ ਸੁਣੀਏ ਕਾਨਾ। ਇਸ ਪ੍ਰਕਾਰ ਸ਼੍ਰੋਮਣੀ ਸ੍ਰੀ ਗੁਰੂ ਅੰਗਦ ਦੇਵ ਜੀ ਭਾਈ ਬਾਲਾ ਜੀ ਕਹਿੰਦੇ ਇਤਿਹਾਸ ਸੁਣੋ ਜੀ। ਤਹਤੇ ਸ੍ਰੀ ਗੁਰੂ ਕੀਨ ਪਿਆਨਾ। ਤੇ ਗੁਰੂ ਨਾਨਕ ਦੇਵ ਜੀ ਹੁਣ ਕੁਰੂਕਸ਼ੇਤਰ ਦੀ ਧਰਤੀ ਤੋਂ ਅੱਗੇ ਚੱਲੇ ਨੇ। ਅਪਰਥਾਨ ਕੋ ਗਮਨੇ ਸੁਆਮੀ। ਮਹਾਰਾਜ ਕੁਰੂਕਸ਼ੇਤਰ ਤੋਂ ਅੱਗੇ ਕਿਸ ਪ੍ਰਕਾਰ ਚੱਲੇ ਨੇ। ਜਗਤ ਉਧਾਰਨ ਕੇਵਲ ਕਾਮੀ। ਸਰਬ ਜਗਤ ਨੂੰ ਉਧਾਰਨ ਵਾਸਤੇ ਸਿੱਧੇ ਰਸਤੇ ਪਾਉਣ ਵਾਸਤੇ ਭੁੱਲਿਆਂ ਭਟਕਿਆਂ ਨੂੰ ਅਗਿਆਨ ਦੇ ਹਨੇਰੇ ਵਿੱਚ ਡੁੱਬਿਆਂ ਨੂੰ ਵਿਸ਼ੇ ਵਿਕਾਰਾਂ ਵਿੱਚ ਗਵਾਚਿਆਂ ਨੂੰ ਮਹਾਰਾਜ ਕੁਰਾਹੇ ਪਾਏ ਲੋਕਾਂ ਨੂੰ ਸਿੱਧੇ ਰਸਤੇ ਪਾਉਂਦੇ। ਇੱਥੇ ਇਹ ਸੰਗਤ ਦੀ ਜਿਹੜੀ ਕੁਰੂਕਸ਼ੇਤਰ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ। ਕੱਲ ਨੂੰ ਮਹਾਰਾਜ ਹਰਿਦੁਆਰ ਦੀ ਧਰਤੀ ਦੇ ਉੱਪਰ ਗੰਗਾ ਦੇ ਕਿਨਾਰੇ ਪਹੁੰਚਣਗੇ। ਜੋ ਇਹ ਇਤਿਹਾਸ ਸਰਵਣ ਕੀਤਾ ਹੈ ਇਸ ਦਾ ਮੁੱਖ ਉਪਦੇਸ਼ ਇਹੀ ਬਣਦਾ ਹੈ। ਮਹਾਰਾਜ ਜੀ ਨੇ ਕਿਹਾ ਹੈ ਕਿ ਇਹ ਧਰਮੀ ਲੋਕੋ ਧਰਮੀ ਅਖਵਾਉਣ ਵਾਲਿਓ, ਜੇਕਰ ਤੁਸੀਂ ਪਰਾਏ ਮਾਸ ਨੂੰ ਜੀਵਾਂ ਦੇ ਮਾਸ ਨੂੰ ਭੈੜਾ ਮੰਨਦੇ ਹੋ ਤੇ ਫਿਰ ਜਿਹੜਾ ਪਰਖ ਇਸਤਰੀ ਦੇ ਨਾਲ ਵਿਕਾਰ ਭੋਗਣੇ ਉਹ ਵੀ ਮਾਸ ਹੈ, ਉਹ ਵੀ ਭੈੜਾ ਜਾਣਾ। ਜੇਕਰ ਬਣਦੇ ਹੋਏ ਮੀਟ ਨੂੰ ਵੇਖ ਕਰਕੇ ਨੱਕ ਪੁੱਟਦੇ ਹੋ ਤੇ ਫਿਰ ਪਰਾਏ ਦੇ ਹੱਕ ਨੂੰ ਵੀ ਵੇਖ ਕਰਕੇ ਅੱਖਾਂ ਮੀਚ ਲਿਆ ਕਰੋ। ਪਰਾਏ ਦਾ ਹੱਕ ਨਾ ਮਾਰਿਆ ਕਰੋ, ਪਰਾਏ ਦਾ ਧਨ ਨਾ ਨੱਪਿਆ ਕਰੋ, ਫਿਰ ਹੀ ਤੁਹਾਡਾ ਧਰਮੀ ਅਖਵਾਉਣ ਦਾ ਫਾਇਦਾ ਹੈ। ਤੇ ਨਹੀਂ ਤਾਂ ਤੁਸੀਂ ਧਰਮ ਦੇ ਨਾਮ ਤੇ ਪਖੰਡ ਕਰਨਾ। ਮਤ ਜਾਣਿਓ ਕਿ ਅਸੀਂ ਧਰਮੀ ਹਾਂ, ਸਾਡਾ ਲੇਖਾ ਜੋਖਾ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਜੀ ਬਚਨ ਕਰਦੇ ਨੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਜਿਹੜਾ ਪਰਾਇਆ ਹੱਕ ਹੈ ਉਹ ਤਾਂ ਗਾਂ ਔਰ ਸੂਰ ਦੇ ਮਾਸ ਵਰਗਾ ਹੈ। ਗੁਰ ਪੀਰ ਹਾਮਾ ਤਾਂ ਭਰੈ ਜਾ ਮਰਦਾਨ ਨਾ ਖਾਏ। ਤੇ ਗੁਰੂ ਤੋਂ ਕੋਈ ਉਮੀਦ ਤਾਂ ਰੱਖਿਓ ਕਿ ਲੇਖੇ ਜੋਖੇ ਵੇਲੇ ਗੁਰੂ ਸਾਡੇ ਹੱਕ ਵਿੱਚ ਬੋਲੇਗਾ। ਗੁਰੂ ਸਾਨੂੰ ਹੱਥ ਫੜ ਕਰਕੇ ਨਰਕਾਂ ਚੋਂ ਕੱਢ ਲਵੇਗਾ। ਤਾਂ ਹੀ ਇਹ ਆਪਣੇ ਮਨ ਅੰਦਰ ਸੋਚ ਵਿਚਾਰ ਰੱਖਿਓ, ਜੇਕਰ ਤੁਸੀਂ ਜ਼ਿੰਦਗੀ ਅੰਦਰ ਕਿਸੇ ਦਾ ਹੱਕ ਨਹੀਂ ਮਾਰਿਆ, ਪਰਾਇਆ ਧਨ ਨਹੀਂ ਨੱਪਿਆ, ਫਿਰ ਗੁਰੂ ਤੋਂ ਕੋਈ ਉਮੀਦ ਰੱਖਿਓ। ਨਹੀਂ ਮਤ ਆਪਣੇ ਆਪ ਨੂੰ ਧਰਮੀ ਅਖਵਾਈ ਜਾਓ, ਤੁਹਾਡੀ ਖੁਸ਼ੀ ਹੈ। ਤੇ ਧਰਮੀ ਹੋਣ ਦੇ ਨਾਲੋਂ ਕਕਾਰ ਪਾਉਣ ਦੇ ਨਾਲੋਂ ਪਹਿਲਾਂ ਗੁਣ ਗ੍ਰਹਿਣ ਕਰੋ। ਜਿਹੜੇ ਕਕਾਰ ਹਨ, ਜੋ ਧਰਮ ਦੇ ਚਿੰਨ੍ਹ ਹਨ, ਭਾਵੇਂ ਜਨੇਊ ਹੈ, ਭਾਵੇਂ ਸੁਨਤ ਤੇ ਭਾਵੇਂ ਪੰਜ ਕਕਾਰ ਹਨ। ਮਹਾਰਾਜ ਕਹਿੰਦੇ ਇਹ ਤਾਂ ਧਰਮ ਦੀ ਵਰਦੀ ਹੈ। ਤੇ ਜੋ ਅਸਲ ਧਰਮ ਹੈ ਉਹ ਤਾਂ ਆਪਣੇ ਹਿਰਦੇ ਅੰਦਰ ਪ੍ਰਕਾਸ਼ ਕਰੋ, ਸ਼ੁਭ ਗੁਣਾਂ ਨੂੰ ਪ੍ਰਕਾਸ਼ ਕਰੋ। ਫਿਰ ਹੀ ਉੱਤੇ ਪਾਏ ਧਰਮ ਦੇ ਚਰਨ ਸੋਭਾ ਪਾਉਣਗੇ। ਫਿਰ ਹੀ ਤੁਹਾਡੀ ਸੰਸਾਰ ਅੰਦਰ ਆਪਣੇ ਆਪ ਲੋਕ ਵਡਿਆਈ ਕਰਨਗੇ। ਇਸ ਪ੍ਰਕਾਰ
ਮਹਾਰਾਜ ਜੀਆਂ ਨੇ ਧਰਮ ਦੇ ਠੇਕੇਦਾਰਾਂ ਤੱਕ, ਧਰਮ ਦੇ ਲੋਕਾਂ ਨੂੰ, ਧਰਮੀ ਅਖਵਾਉਣ ਵਾਲਿਆਂ ਨੂੰ ਸਮਝਾਉਣਾ ਕੀਤਾ ਹੈ। ਅਸੀਂ ਵੀ ਆਪਣੇ ਜੀਵਨ ਅੰਦਰ ਇਹਨਾਂ ਗੱਲਾਂ ਦੇ ਧਾਰਨੀ ਹੋਈਏ। ਜੇਕਰ ਸਤਸੰਗਤ ਕਰਦੇ ਹਾਂ, ਗੁਰੂ ਘਰ ਆ ਕੇ ਝਾੜੂ ਪੋਚਾ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅਸੀਂ ਸਿੱਖ ਅਖਵਾਉਂਦੇ ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਸਿੰਘ ਅਖਵਾਉਂਦੇ ਹਾਂ, ਤੇ ਚੰਗੀਆਂ ਗੱਲਾਂ ਨੂੰ, ਸ਼ੁਭ ਗੁਣਾਂ ਨੂੰ ਜੀਵਨ ਅੰਦਰ ਧਾਰਨ ਕਰੀਏ। ਜੋ ਗੁਰੂ ਸਾਨੂੰ ਪਰਮਾਰਥ ਦਾ ਰਸਤਾ ਦੱਸ ਰਹੇ ਨੇ, ਉਸ ਸ਼ੁਭ ਗੁਣਾਂ ਦੇ ਰਸਤੇ ਉੱਪਰ ਚੱਲ ਕਰਕੇ ਆਪਣਾ ਇਹ ਜੀਵਨ ਬਤੀਤ ਕਰੀਏ। ਕਿਉਂਕਿ ਜਿਹੜੇ ਪਰਾਏ ਹੱਕ ਮਾਰੇ ਨੇ, ਨਾ ਤਾਂ ਸਾਡੇ ਵੱਡੇ ਵਡੇਰੇ ਕੁਝ ਲੈ ਕੇ ਗਏ ਨੇ, ਤੇ ਨਾ ਹੀ ਸੰਗਤ ਜੀ ਅਸੀਂ ਕੁਝ ਲੈ ਕੇ ਜਾਣਾ ਹੈ, ਤੇ ਨਾ ਹੀ ਜਿਨ੍ਹਾਂ ਵਾਸਤੇ ਅਸੀਂ ਜੋੜ ਰਹੇ ਹਾਂ ਉਹਨਾਂ ਨੇ ਕੁਝ ਲੈ ਕੇ ਜਾਣਾ। ਇਹ ਧਨ ਪਦਾਰਥ ਇੱਥੇ ਹੀ ਪਿਆ ਰਹਿ ਜਾਣਾ। ਕਿਉਂ ਕਿਸੇ ਨੂੰ ਦੁਖੀ ਕਰੀਏ, ਕਿਉਂ ਕਿਸੇ ਦੇ ਹੱਕ ਮਾਰੀਏ। ਅਸੀਂ ਆਪਣਾ ਜੀਵਨ ਜੋ ਪਰਮੇਸ਼ਰ ਦੀਆਂ ਦਿੱਤੀਆਂ ਦਾਤਾਂ ਨੇ ਉਹਨਾਂ ਅਨੁਸਾਰ ਬਤੀਤ ਕਰੀਏ। ਤੇ ਗੁਰਬਾਣੀ ਦੇ ਵਚਨ ਨੇ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਤੋੜ ਨਾ ਆਵਈ, ਅਗੰਤ ਭਰੇ ਭੰਡਾਰ। ਮਤਾ ਸੋਚਿਓ ਕਿ ਪਰਮੇਸ਼ਰ ਕੋਲ ਭੰਡਾਰੇ ਮੁੱਕ ਜਾਣਗੇ ਤੇ ਪਰਾਏ ਹੱਕ ਨਾ ਭਲਾਈਏ। ਪਰਮੇਸ਼ਰ ਇੱਕ ਐਸਾ ਅਕਾਲ ਪੁਰਖ ਵਾਹਿਗੁਰੂ ਹੈ, ਐਸੇ ਉਸ ਦੇ ਅਤੁੱਟ ਭੰਡਾਰੇ ਹਨ ਜੋ ਕਦੇ ਵੀ ਮੁੱਕਣ ਵਾਲੇ ਨੇ। ਜੋ ਤੁਹਾਡੇ ਕਰਮਾਂ ਦਾ ਲਿਖਿਆ ਹੈ ਉਹ ਤੁਹਾਨੂੰ ਤੁਹਾਡੇ ਜੀਵਨ ਅੰਦਰ ਜ਼ਰੂਰ ਮਿਲੇਗਾ। ਭਾਵੇਂ ਇਹ ਸੰਸਾਰ ਉਹਦੇ ਕਹਿਣ ਨੂੰ ਵੀ ਪੂਰਬ ਤੋਂ ਪੱਛਮ ਦੀ ਦਿਸ਼ਾ ਵੱਲ ਚੱਲਿਆ ਜਾਵੇ, ਜੋ ਤੁਹਾਡੇ ਕਰਮਾਂ ਦਾ ਮਿਟ ਨਹੀਂ ਸਕਦਾ। ਤੇ ਜੇਕਰ ਤੁਹਾਡੇ ਕਰਮਾਂ ਵਿੱਚ ਨਹੀਂ ਲੱਗਿਆ ਤੇ ਪਰਾਏ ਹੱਥਾਂ ਤੋਂ ਵੀ ਸੁੱਖ ਨਹੀਂ ਮਿਲ ਸਕਦਾ। ਇਹ ਗੱਲ ਆਪਣੇ ਜੀਵਨ ਅੰਦਰ ਜਾਣੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਕੱਲ੍ਹ ਦੇ ਇਤਿਹਾਸ ਵਿੱਚ ਸਮੇਂ ਸਿਰ ਹਾਜ਼ਰੀਆਂ ਭਰ ਕੇ ਗੁਰੂ ਦਾ ਇਤਿਹਾਸ ਸਰਵਣ ਕਰਨਾ, ਜੀਵਨ ਅੰਦਰ ਲਾਭ ਪ੍ਰਾਪਤ ਕਰਨਾ, ਅਸਰ ਕਰਨਾ, ਜੀਵਨ ਅੰਦਰ ਅਪਣਾਉਣਾ। ਆਓ ਆਨੰਦ ਸਾਹਿਬ ਦੇ ਪ੍ਰਬੰਧ ਦੇ ਨਾਲ ਜੁੜੀਏ, ਸਮਾਪਤੀ ਕਰੀਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਾਇਆ ਮੇਰੇ ਪਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰਿਆ ਸ਼ਬਦ ਗਾਵਣ ਆਇਆ, ਸ਼ਬਦ ਦਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆਪੂ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਆ ਮਨ ਹੋ ਵਿਸਾਰੇ। ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ। ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਪਰ ਸਾਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟਹੁ। ਜਿਸ ਦੀਆਂ ਇਹ ਵਡਿਆਈਆਂ, ਨਾਨਕ ਸੁਨਹੁ ਸੰਤਹੁ ਸ਼ਬਦ ਤਰਹੁ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਧ ਕਰਨ ਪਾਇਆ ਤੁਧ ਜਿਨ ਕਾ ਸੇ ਨਾਮ ਹਰਿ ਕੈ ਲਾਗੇ। ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ। ਅਨੰਦ ਸੁਨਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ
ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੇ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।